ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਆਪਾਂ ਪਹਿਲਾਂ ਉਸ ਸ਼ਬਦ ਤੇ ਥੋੜੀ ਜਿਹੀ ਵਿਚਾਰ ਕਰਦੇ ਹਾਂ। ਫਿਰ ਆਪਾਂ ਆਪਣੇ ਚੱਲ ਰਹੇ ਸਿੱਧ ਗੋਸ਼ ਦੀ ਬਾਣੀ ਦੇ ਵਿਚਾਰ ਵੱਲ ਆਵਾਂਗੇ। ਉਹ ਸ਼ਬਦ ਹੈ ਏਦਾਂ ਕਿ ਰਹਾਉ ਦੀ ਤੁਕ ਕਹਿੰਦੀ ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਦੇਖੋ, ਇੱਕ ਗੱਲ ਕਲੈਰਿਟੀ ਵਿਜ਼ਨ ਆਪਣਾ ਬਣਾ ਲਓ ਕਿ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨਾਮ ਜਪਣ ਦੀ ਗੱਲ ਕੀਤੀ ਗਈ ਹੈ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਦੀ ਗੱਲ ਕੀਤੀ ਗਈ ਹੈ। ਨਾਮ ਜਪਣ ਦੀ ਗੱਲ ਹੈ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਦੀ ਗੱਲ। ਇੰਪੋਰਟੈਂਸ ਦੇਖਣੀ ਹੈ ਗੁਰੂ ਗ੍ਰੰਥ ਸਾਹਿਬ 'ਚ ਕਿਸ ਗੱਲ ਨੂੰ ਦਿੱਤੀ ਗਈ ਹੈ। ਹਰ ਸ਼ਬਦ, ਹਰ ਗਿਆਨ, ਹਰ ਪੌੜੀ, ਹਰ ਵਾਰ, ਹਰ ਸ਼ਲੋਕ ਸਾਨੂੰ ਕਿਹੜੀ ਗੱਲ ਵੱਲ ਇਸ਼ਾਰਾ ਕਰ ਰਹੇ ਆ ਤੇ ਇੰਨੀ ਵਾਰੀ ਕਿਉਂ? 1429 ਪੰਨੇ ਕਿਉਂ? ਥੋੜਾ ਵੀ ਲਿਖ ਕੇ ਜਾ ਸਕਦੇ ਸੀ। ਇਹ ਤਾਂ ਹੈ ਵੀ ਮਨ ਜਿਹੜਾ ਇਹ ਸਮਝਦਾ ਨਹੀਂ, ਕਾਬੂ ਨਹੀਂ ਆਉਂਦਾ, ਵਿਚਾਰਾਂ ਤੋਂ ਮੁਕਤ ਨਹੀਂ ਹੁੰਦਾ। ਇਹ ਬੜਾ ਇਹਨੂੰ 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 ਖੋਤਾ ਕਿਹਾ ਗਿਆ। ਖੋਤਾ ਮਨ। ਤੇ ਖੋਤੇ ਦੀ ਇੱਕ ਪ੍ਰਵਿਰਤੀ ਹੁੰਦੀ ਹੈ ਵੀ ਜਦੋਂ ਤੱਕ ਖੋਤੇ ਦੇ ਉੱਤੇ ਭਾਰ ਨਾ ਲੱਦਿਆ ਜਾਵੇ ਉਦੋਂ ਤੱਕ ਖੋਤਾ ਜਿਹੜਾ ਉਹ ਦਲੱਤੀ ਮਾਰਦਾ। ਇਸ ਕਰਕੇ ਉਹਨੂੰ ਆਪਾਂ ਸਾਰੇ ਪਿੰਡਾਂ ਤੋਂ ਬਿਲੋਂਗ ਕਰਦੇ ਹਾਂ। ਕਈ ਵਾਰੀ ਦੇਖਿਆ ਹੋਣਾ ਆਪਾਂ, ਉਹਨੂੰ ਪੈਂਖਰ ਕਹਿੰਦੇ ਆ। ਇੱਕ ਪਾਸੇ ਦੀਆਂ ਲੱਤਾਂ ਜਿਹੜੀਆਂ ਦੋਵੇਂ ਬੰਨ੍ਹ ਦਿੱਤੀਆਂ ਜਾਂਦੀਆਂ ਰੱਸੀ ਦੇ ਨਾਲ, ਅਗਲੀ ਲੱਤ ਤੋਂ ਰੱਸੀ ਪਾ ਕੇ ਤੇ ਪਿਛਲੀ ਲੱਤ ਨਾਲ, ਉਹਨੂੰ ਪੈਂਖਰ ਕਿਹਾ ਜਾਂਦਾ। ਮਹਾਰਾਜ ਕਹਿੰਦੇ ਖਰ ਕਾ ਪੈਂਖਰ ਤਉ ਛੁਟੈ ਜੋ ਉੱਪਰ ਲੱਦਾ। ਜਦੋਂ ਉਹਦੇ ਭਾਰ ਲੱਦ ਲੈਂਦਾ, ਲੁਹਾਰ ਮਿੱਟੀ ਲੱਦ ਲੈਂਦਾ ਉਹਦੇ ਤੇ ਉਦੋਂ ਫਿਰ ਉਹ ਪੈਂਖਰ ਜਿਹੜਾ ਖੋਲਿਆ ਜਾਂਦਾ। ਹੁਣ ਆਪਾਂ ਕਿਹੜੀ ਗੱਲ ਕਰਨੀ ਹੈ ਇੱਥੇ ਕਿ ਨੰਬਰ 1 ਕਿ ਇੰਪੋਰਟੈਂਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਜਪਣ ਨੂੰ ਦਿੱਤੀ ਗਈ ਹੈ। ਇਸੇ ਕਰਕੇ ਰਹਾਉ ਦੀ ਤੁਕ 'ਚ ਪੁਕਾਰ ਕਰ ਰਹੇ ਇੱਥੇ ਮਹੱਲਾ ਪੰਜਵਾਂ, ਕਹਿੰਦੇ ਸੋ ਸਥਾਨ ਬਤਾਵੋ ਮੀਤਾ। ਮੈਨੂੰ ਉਹ ਥਾਂ ਦੱਸ ਜਾ ਕਹਿ ਹਰ ਹਰ ਕੀਰਤਨ ਨੀਤਾ, ਜਿੱਥੇ ਹਮੇਸ਼ਾ ਹੀ ਅਕਾਲ ਪੁਰਖ ਦਾ ਨਾਮ ਜਿਹੜਾ ਉਹ ਜਪਿਆ ਜਾ ਰਿਹਾ। ਕਿਉਂ? ਇਹ ਗੱਲ ਕੀ ਕਹਿਣ ਦੀ ਲੋੜ ਪੈ ਗਈ ਵੀ ਉਹ ਥਾਂ ਦੀ ਇੰਪੋਰਟੈਂਸ ਇੰਨੀ ਕਿਉਂ ਹੈ? ਹੋਰ ਕਿਸੇ ਥਾਂ ਦੀ ਇੰਪੋਰਟੈਂਸ ਨਹੀਂ ਹੈ ਗੁਰਬਾਣੀ ਦੇ ਵਿੱਚ। ਹਿਸਟੋਰੀਕਲ ਪਲੇਸਿਸ ਨੇ, ਉਹਨਾਂ ਦੀ ਅਲੱਗ ਵੈਲਿਊ। ਹਿਸਟਰੀ ਜਿਹੜੀ ਹੈ ਉਹ ਗੁਰੂ ਨਹੀਂ ਹੁੰਦੀ। ਹਿਸਟਰੀ ਸਾਡਾ ਸਰਮਾਇਆ ਹੁੰਦੀ ਹੈ। ਅਸੀਂ ਪੜ੍ਹ ਕੇ ਉਹਦੇ ਤੋਂ ਆਪਣੀ ਹਿਸਟਰੀ ਬਾਰੇ ਜਾਣ। ਸੋ ਸਾਡੀ ਕੀ ਪ੍ਰੋਬਲਮ ਹੋਈ ਪਈ ਹੈ ਧਰਮ ਦੇ ਵਿੱਚ ਕਿ ਹਿਸਟਰੀ ਨੂੰ ਚੰਬੇੜ ਦਿੱਤਾ ਸਾਡੇ ਕਥਾਕਾਰਾਂ ਨੇ। ਇਤਿਹਾਸਕ ਦਿਨ ਜੀ ਆਪਣਾ ਕਈ ਕੀ ਗਿਣਤੀ ਕਰੀਏ। ਹੁਣ ਚਲੋ ਉਸ ਪਾਸੇ ਨਹੀਂ ਜਾਂਦੇ। ਜੋ ਮਹੱਲਾ ਪੰਜਵਾਂ ਕਹਿ ਰਹੇ ਆਪਾਂ ਉਧਰ ਆਈਏ। ਉਹ ਕਹਿੰਦੇ ਤੀਰਥ ਜਾਓ ਤਾਂ ਹਉ ਹਉ ਕਰਤੇ। ਕਹਿੰਦੇ ਜੇ ਮੈਂ ਕਿਸੇ ਤੀਰਥ ਤੇ ਜਾਣਾ ਤਾਂ ਉੱਥੇ ਇਦਾਂ ਦੇ ਬੰਦੇ ਮੈਨੂੰ ਮਿਲਦੇ ਆ ਜਿਹੜੇ ਕਹਿੰਦੇ ਵੀ ਮੈਂ ਧਰਮੀ ਵੱਡਾ, ਮੈਂ ਧਰਮੀ। ਸਾਡੇ ਵੀ ਇਦਾਂ ਹੀ ਆ।
ਸਾਡੇ ਵੀ ਇਦਾਂ ਹੀ ਆ। ਰਾੜੇ ਵਾਲੇ ਕਹਿੰਦੇ ਨਹੀਂ ਜੀ ਸਾਡਾ ਬਾਬਾ ਵਧੀਆ, ਨਾਨਕਸਰੀ ਕਹਿੰਦੇ ਸਾਡੇ ਬਾਬੇ ਤੋਂ ਤੇ ਉੱਤੇ ਕੋਈ ਹੈ ਹੀ ਨਹੀਂ। ਉਦੋਂ ਇੱਕ ਹੋਰ ਤੁਰੇ ਕਹਿੰਦੇ ਜੀ ਨਹੀਂ ਭਾਈ ਵੀਰ ਸਿੰਘ ਨੂੰ ਪੜ੍ਹਿਆ ਕਰੋ। ਸਾਰੇ ਕਹਿੰਦੇ ਕਿ ਨਹੀਂ 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 ਨਹੀਂ, ਮੈਂ ਵੱਡਾ, ਮੈਂ ਜ਼ਿਆਦਾ ਧਰਮੀ। ਏਦਾਂ ਨਹੀਂ, ਏਦਾਂ ਨਹੀਂ। ਇੱਕ ਇੱਕ ਕਹਾਵਤ ਹੈ, ਅੱਜ ਮੈਂ ਸਵੇਰੇ ਪੜ੍ਹ ਰਿਹਾ ਸੀ। ਕਹਾਵਤ ਨਹੀਂ, ਇੱਕ ਕਿਸੇ ਇੰਗਲਿਸ਼ ਦੇ ਲਿਖਾਰੀ ਨੇ ਲਿਖਿਆ ਹੈ ਕਿ ਉਹ ਕਹਿੰਦਾ ਮੇਰੇ ਪਿੱਛੇ ਪਿੱਛੇ ਨਾ ਤੁਰਿਓ, ਮੈਂ ਸ਼ਾਇਦ ਤੁਹਾਨੂੰ ਗਾਈਡ ਨਾ ਕਰ ਸਕਾਂ। ਫਿਰ ਉਹ ਕਹਿੰਦਾ ਕਿ ਮੇਰੇ ਗਾਂਹ ਵੀ ਨਾ ਤੁਰਿਓ, ਅੱਗੇ ਅੱਗੇ ਵੀ ਨਾ ਤੁਰਿਓ, ਸ਼ਾਇਦ ਮੈਂ ਤੁਹਾਡੇ ਪਿੱਛੇ ਨਾ ਚੱਲ ਸਕਾਂ। ਉਹ ਕਹਿੰਦਾ ਤੁਸੀਂ ਮੇਰੇ ਨਾਲ ਨਾਲ ਤੁਰਿਓ ਤਾਂ ਜੋ ਤੁਸੀਂ ਮੇਰੇ ਹਮਸਫ਼ਰ ਬਣ ਸਕੋ, ਮੇਰੇ ਦੋਸਤ ਬਣ ਸਕੋ, ਆਪਾਂ ਇੱਕ ਦੂਜੇ ਦਾ ਸਾਥ ਮਾਣ ਸਕੀਏ। ਇਕੁਐਲਿਟੀ, ਇਕੁਐਲਿਟੀ। ਔਰ ਦੂਸਰਾ ਨਿਮਰਤਾ, ਗਰੀਬੀ ਭਾਵ, ਇਹਨਾਂ ਬੋਲਾਂ ਦੇ ਵਿੱਚੋਂ ਨਿਕਲਦਾ। ਕਿਉਂਕਿ ਇੱਕ ਬੰਦਾ ਕਹਿ ਦਿੰਦਾ ਜੀ ਮੈਂ ਵੱਡਾ, ਮੈਂ ਜ਼ਿਆਦਾ ਧਰਮੀ, ਮੈਨੂੰ ਜ਼ਿਆਦਾ ਇਹਦੇ ਬਾਰੇ ਗਿਆਨ ਹੈ। ਦੂਸਰਾ ਕਹਿ ਦਿੰਦਾ ਮੈਨੂੰ ਜ਼ਿਆਦਾ। ਇਸੇ ਕਰਕੇ ਮਹੱਲੇ ਪੰਜਵੇਂ ਨੇ ਇਹ ਸ਼ਬਦ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਪੇਜ ਨੰਬਰ 385 ਤੇ ਹੈ। ਮੈਂ ਅੰਗ ਨਹੀਂ ਕਹਿੰਦਾ ਹੁੰਦਾ, ਮੈਂ ਅੰਗ ਨਹੀਂ ਕਹਿਣਾ, ਮੈਂ ਅੰਕ ਕਹਿਣਾ, ਪੇਜ ਨੰਬਰ ਜਾਂ ਸਫਾ ਨੰਬਰ 385। ਕਿਉਂਕਿ ਅੰਗ ਤੇ ਦੇਹ ਦੇ ਹੁੰਦੇ ਆ ਨਾ, ਬਾਂਹ, ਲੱਤ, ਕੰਨ, ਨੱਕ, ਇਹ ਤੇ ਨਾਸ ਹੋ ਜਾਣੇ। ਤੇ ਗੁਰਬਾਣੀ ਗੁਰੂ, ਗੁਰਬਾਣੀ ਗੁਰੂ ਗਿਆਨ ਗੁਰੂਆਂ ਦਾ ਇਹ ਨਾਸ ਨਹੀਂ ਹੋਣਾ, ਇਹ ਜੁਗਾਂ ਜੁਗਾਂਤਰਾਂ ਤੱਕ ਇਦਾਂ ਹੀ ਸੱਚੋ ਸੱਚ ਰਹਿਣਾ। ਕਹਿੰਦੇ ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਮੈਨੂੰ ਇਦਾਂ ਦੀ ਥਾਂ ਚਾਹੀਦੀ ਹੈ ਜਿੱਥੇ ਨਾਮ, ਨਾਮ ਔਰ ਨਾਮ, ਸਿਰਫ ਇਸ ਤੋਂ ਸਿਵਾਏ ਹੋਰ ਕੁਛ ਨਾ ਹੋਵੇ। ਨਾਮ ਅਭਿਆਸ ਹੋਵੇ, ਕਰਤੇ ਪੁਰਖ ਦੀ ਸਿਫਤ ਸਲਾਹ ਹੋਵੇ। ਕਹਿੰਦੇ ਤੀਰਥ ਜਾਉ ਤਾਂ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਜੇ ਮੈਂ ਕਿਸੇ ਪੰਡਤ ਨਾਲ ਗੱਲ ਕਰਦਾ ਵੀ ਮੈਨੂੰ ਯਾਰ ਮੇਰਾ ਆਹ ਕੰਮ ਕਰਦੇ, ਅਗਲਾ ਕਹਿੰਦਾ ਵੀ ਆ ਮੈਂ ਅਰਦਾਸ ਤੇਰੀ ਕਰੂੰ, $20 ਮੈਨੂੰ ਲਿਆ ਉਰੇ, ਆ ਤੈਨੂੰ ਪਾਠ ਸੁਣਾਉਣਾ ਸੁਖਮਨੀ ਸਾਹਿਬ ਦਾ, ਇੱਧਰ ਨੂੰ ਕਰ ਜਰਾ $150, ਆ ਤੇਰਾ ਸਹਿਜ ਪਾਠ ਕਰਦੇ ਆ ਦੇ $850। ਉਹ ਜਿਨ੍ਹਾਂ ਨੇ ਸਾਨੂੰ ਮਾਇਆ ਤੋਂ ਤੋੜਨਾ ਸੀ, ਉਹ ਆਪ ਮਾਇਆ ਦੇ ਵਿੱਚ ਸੌਦੇਬਾਜ਼ ਬਣੇ ਹੋਏ ਨੇ। ਮਹਾਰਾਜ ਫੇਰ ਰਜੋਈ ਕਰਦੇ, ਕਹਿੰਦੇ ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਜਿੱਥੇ ਕੀਰਤਨ ਹੀ ਕੀਰਤਨ ਹੋਵੇ, ਜਿੱਥੇ ਨਾਮ ਕੀਰਤਨ ਕੋਈ ਵਾਜੇ ਤਬਲੇ ਲੈ ਕੇ ਕੁੱਟਣੇ ਨਹੀਂ ਆ, ਇਹਦੇ ਵੱਲ ਅਸੀਂ ਬਾਅਦ ਚਾਹਾਂਗੇ। ਕੀਰਤਨ, ਇਸ ਤਨ ਦੇ ਅੰਦਰ, ਇਸ ਸਰੀਰ ਦੇ ਅੰਦਰ, ਇਸ ਘਰ ਦੇ ਅੰਦਰ ਜਦੋਂ ਅਕਾਲ ਪੁਰਖ ਦੀ ਕੀਰਤੀ ਸ਼ੁਰੂ ਹੁੰਦੀ ਹੈ, ਜਦੋਂ ਨਾਮ ਅਭਿਆਸ ਸ਼ੁਰੂ ਹੋ ਜੇ, ਮਨ ਮੰਨ ਜੇ ਨਾਮ ਜਪਣ ਵਾਸਤੇ, ਉਹ ਹੈ ਕੀਰਤਨ। ਉਹ ਤੁਹਾਡਾ ਆਪਣਾ ਅੰਦਰ ਦਾ ਕੀਰਤਨ ਹੈ। ਬਾਹਰ ਜੋ ਮਰਜ਼ੀ ਗਾਈ ਵਜਾਈ ਜਾਓ, ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਬਹੁਤ ਹੋ ਰਿਹਾ, ਤੁਸੀਂ ਇਹ ਦੇਖੋ ਵੀ ਬਾਬੇ ਨਾਨਕ ਦੇ ਵੇਲੇ ਕਿੰਨੀਆਂ ਕੁ ਰੈਣ ਸਬਾਈਆਂ ਹੁੰਦੀਆਂ ਸੀ, ਜਾਂ ਕਿੰਨੇ ਕੁ ਕੀਰਤਨ ਦਰਬਾਰ ਹੁੰਦੇ ਹੋਣੇ। ਇਹ ਤੇ ਹੁਣ ਜੇ ਹੋਣ ਲੱਗੇ ਨਾ ਲਾ ਕੇ ਸਪੀਕਰ, ਜਾਂ ਤੰਬੂ ਲਾ ਕੇ ਦੀਵਾਨ ਲਾਣੇ ਵੱਡੇ ਵੱਡੇ, ਇਹ ਤੇ ਹੁਣੇ ਹੋਣ ਲੱਗਾ। ਉਦੋਂ ਸੰਗਤ ਹੁੰਦੀ ਸੀ ਕਲਕੱਤੇ ਦੇ ਏਰੀਏ ਦੇ ਵਿੱਚ। ਅੱਜ ਤੱਕ ਉਹ ਫੇਮਸ ਹੈ ਵਰਡ ਜਿਹੜਾ ਬਾਬੇ ਨਾਨਕ ਨੇ ਦਿੱਤਾ ਸੀ, ਇੱਕ ਵੱਡੀ ਸੰਗਤ ਔਰ ਇੱਕ ਛੋਟੀ ਸੰਗਤ। ਉੱਥੇ ਗੁਰਦੁਆਰਿਆਂ ਦੇ ਨਾਮ ਵੀ ਅੱਜ ਤੱਕ ਜਿਹੜੇ ਹੈ, ਗੁਰਦੁਆਰਾ ਬੜੀ ਸੰਗਤ, ਗੁਰਦੁਆਰਾ ਛੋਟੀ ਸੰਗਤ, ਇਸ ਤਰ੍ਹਾਂ ਨਾਮ ਮਿਲਣਗੇ। ਅੱਛਾ ਚਲੋ, ਸ਼ਾਸਤਰ ਜਿਹੜੇ ਹੈ, ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਜਿੰਨੇ ਸ਼ਾਸਤਰ ਜਿੰਨੇ ਵੇਦ ਨੇ ਉਹ ਪਾਪ ਪੁੰਨ ਦੀ ਵਿਚਾਰ ਦੱਸਦੇ ਆ। ਇਹ ਦੱਸਦੇ ਆ ਕਿ ਚੰਗੇ ਕੰਮ ਕਰੋਗੇ ਸਵਰਗਾਂ ਨੂੰ ਜਾਓਗੇ, ਮਾੜੇ ਕੰਮ ਕਰੋਗੇ ਫਿਰ ਨਰਕਾਂ ਨੂੰ ਜਾਓਗੇ।
लेकिन इस गेड़ तो मुक्ति का राह नहीं दसदे। जे चंगे काम करांगे, लंगर ही छकाई जावांगे, दुनिया नूं लंगर ही छकाई जावांगे, सो जिन्हां नूं छकावांगे उन्हां तो फिर छकण वास्ते आउणा पैणा। होर जे किसी तरीके की कोई सेवा करांगे, उहदा फल सानूं फिर लैण वास्ते आउणा पैणा। कहण तो मेरा भाव इह है, शास्त्र वेद पाप पुण्य विचार, नरक सुरग फिर अवतार। ਕਹਿੰਦੇ ਇਹ ਪਾਪ ਪੁੰਨ ਕਰਕੇ ਮੈਂ ਮੁੜ ਮੁੜ ਕਦੇ ਨਰਕਾਂ 'ਚ ਕਦੇ ਸੁਰਗਾਂ 'ਚ ਏਦਾਂ ਮੈਂ ਗੇੜੇ ਕੱਢੀ ਜਾਨਾ। ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਕੋਈ ਐਸੀ ਥਾਂ ਦੱਸੋ ਮੈਨੂੰ ਜਿੱਥੇ ਨਾਮ ਹੀ ਨਾਮ ਜਪਿਆ ਜਾਂਦਾ ਹੋਵੇ ਤੇ ਮੈਂ ਉੱਥੇ ਮੈਂ ਆਪ ਉਹ ਸੰਗਤ 'ਚ ਜੁਟ ਜਾਵਾਂ, ਆਪ ਨਾਮ ਜਪਣ ਵਿੱਚ ਜੁਟ ਜਾਵਾਂ। ਅੱਗੇ ਕਹਿੰਦੇ ਗ੍ਰਸਤ ਮੈਂ ਚਿੰਤ, ਕਹਿੰਦੇ ਚੱਲ ਤੂੰ ਤਕੜਾ ਗ੍ਰਸਤੀ ਬਣ ਜਾ। ਫੈਮਿਲੀ ਕਰਦੇ ਇੱਥੇ ਬਾਹਰ ਬੜਾ ਕਲਚਰ ਆ ਜੀ, ਸਾਡਾ ਫੈਮਿਲੀ ਡੇ ਆ, ਸਾਡਾ ਫੈਮਿਲੀ ਗੈਦਰ ਹੋਈ ਆ। ਉਹ ਠੀਕ ਹੈ, ਇਹ ਸਾਡੀ ਡਿਊਟੀ ਹੈ। ਲੇਕਿਨ ਇਹਦੇ ਬਾਰੇ ਅਸੀਂ ਵਿਚਾਰਦੇ ਆ ਰਹੇ ਹਾਂ ਕਿ ਅਸੀਂ ਜਿਉਂਦੇ ਜੀ ਇਹਨਾਂ ਚੀਜ਼ਾਂ ਤੋਂ ਮੋਹ ਜਿਹੜਾ ਹੈ, ਅਟੈਚਮੈਂਟ ਜਿਹੜੀ ਹੈ ਉਹ ਤੋਂ ਅਸੀਂ ਪਰੇ ਜਾਣਾ। ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ। ਜੇ ਗ੍ਰਸਤੀ ਆ ਤੇ ਚਿੰਤਾ ਪਈ ਆ ਵੀ ਬਿੱਲ ਦੇਣੇ ਆ, ਪਾਣੀ ਦਾ ਆ ਗਿਆ, ਫੋਨ ਦਾ ਆ ਗਿਆ, ਬਿਜਲੀ ਦਾ ਆ ਗਿਆ, ਕਾਰ ਦੀ ਇੰਸ਼ੋਰੈਂਸ ਆ ਗਈ। ਜੇ ਸਾਰਾ ਕੁਝ ਛੱਡ ਕੇ ਜਾਂਦੇ ਆ, ਜੰਗਲਾਂ 'ਚ ਚਲੇ ਜਾਂਦੇ ਜਿੱਦਾਂ ਸਿੱਧ ਗਏ ਸੀਗੇ, ਤੇ ਉਹ ਹੰਕਾਰ ਹੋ ਜਾਂਦਾ ਉਹਦੇ ਨਾਲ ਵੀ ਮੈਂ ਤੇ ਬੜਾ ਧਰਮੀ ਆ, ਮੈਂ ਸਾਰਾ ਕੁਝ ਛੱਡ ਕੇ ਆਇਆ। ਉਹ ਹੰਕਾਰ ਨੇ ਮਾਰ ਸੱਟਣਾ। ਕਹਿੰਦੇ ਕਰਮ ਕਰਤ ਜੀ ਕੋ ਜੰਜਾਲ। ਇਹ ਕਰਮ ਕਾਂਡ ਵਾਲਿਆਂ ਦੀ ਜਿਹੜੀ ਜਿਹੜੀ ਉਹਨਾਂ ਦੀ ਜਿਹੜਾ ਜੀਵਨ ਹੈ, ਉਹਨਾਂ ਨੂੰ ਇਹ ਜੰਜਾਲ ਜਿਹੜੇ ਚਿੰਬੜੇ ਹੋਏ। ਅੱਗੇ ਕਹਿੰਦੇ ਪ੍ਰਭ ਕਿਰਪਾ ਤੇ ਮਨ ਵਸ ਆਇਆ। ਹੁਣ ਆਉਣ ਲੱਗਾ ਉਹ ਸਥਾਨ ਜਿੱਥੇ ਸਦਾ ਵਾਸਤੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ। ਕਹਿੰਦੇ ਪ੍ਰਭ ਕਿਰਪਾ ਤੇ ਮਨ ਵਸ ਆਇਆ, ਗੁਰਪ੍ਰਸਾਦ ਦੇ ਨਾਲ, ਨਦਰ ਦੇ ਨਾਲ, ਕਿਰਪਾ ਦੇ ਨਾਲ ਮਨ ਇੱਕ ਦਿਨ ਕਾਬੂ 'ਚ ਆ ਜਾਂਦਾ। ਨਾਨਕ ਗੁਰਮੁਖੇ ਤਰੀ ਤਿਨੇ ਮਾਇਆ। ਗੁਰਮੁਖ ਸਿਸਟਮ ਦੇ ਜ਼ਰੀਏ ਐਸ ਮਾਇਆ ਤੋਂ ਫਿਰ ਉਹ ਸਿੱਖ ਜਿਹੜਾ ਪਾਰ ਲੰਘ ਜਾਂਦਾ। ਗੁਰਮੁਖ ਸਿਸਟਮ, ਫਿਰ ਮੈਂ ਰਿਪੀਟ ਕਰਦਾ, ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਤੇ ਭਰੋਸਾ, ਇੱਕ ਰੱਬ ਦੁਆਰਾ ਦੀਖਿਤ ਹੋਣਾ ਔਰ ਇੱਕ ਰੱਬ ਦੀ ਇਬਾਦਤ ਕਰਨੀ। ਇੱਕ ਜਿੱਥੋਂ ਸਾਡਾ ਬ੍ਰਹਮ ਗਿਆਨ ਸਟਾਰਟ ਹੋ ਰਿਹਾ, ਇੱਕ ਓਂਕਾਰ ਜੋ ਅੱਜ ਕੱਲ੍ਹ ਪੜ੍ਹਦੇ ਨੇ, ਅਸਲ ਲਫ਼ਜ਼ ਹੈ ਇੱਕ ਓ। ਹੁਣ ਇਹ ਸ਼ਬਦ ਦਾ ਰਹਾਓ ਦੂਜਾ ਦਿੱਤਾ ਅੱਗੇ ਉਹਨਾਂ ਨੇ। ਇਹ ਸ਼ਬਦ ਖਤਮ ਕਰਨ ਤੋਂ ਬਾਅਦ ਅੱਗੇ 2 ਲਾਈਨਾਂ ਹੋਰ ਲਿਖੀਆਂ ਨੇ। ਉਹ ਕਹਿੰਦੇ ਸਾਧ ਸੰਗ ਹਰ ਕੀਰਤਨ ਗਾਈ। ਸਾਧੂ ਦੀ ਸੰਗਤ, ਸਾਧ ਸੰਗ ਉਹ ਨਹੀਂ ਹੈ ਜਿਹੜਾ ਗੁਰਦੁਆਰੇ 'ਚ ਹਜੂਮ ਇਕੱਠਾ ਹੁੰਦਾ ਜਾਂ ਗੁਰਦੁਆਰੇ 'ਚ ਆਪਾਂ ਲੋਕ ਇਕੱਠੇ ਕਰ ਲੈਂਦੇ ਆ ਨਾ। ਉਹ ਸੰਗਤ ਹੈ, ਲੇਕਿਨ ਉਹ ਸੰਗਤ ਇੱਕ ਅਵਸਥਾ 'ਚ ਆ ਕੇ ਬਣਦੀ ਹੈ ਜਦੋਂ ਸੰਗਤ ਗੁਰਬਾਣੀ ਨਾਲ ਜੁੜੀ ਹੋਵੇ ਇੰਸਟੈਡ ਆਫ ਲੰਗਰ, ਜਦੋਂ ਸੰਗਤ ਗੁਰਬਾਣੀ ਨਾਲ ਜੁੜੀ ਹੋਵੇ ਇੰਸਟੈਡ ਆਫ ਸੋ ਕਾਲਡ ਸੇਵਾ, ਜਦੋਂ ਸੰਗਤ, ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਕੋਈ ਚੀਜ਼ ਨਕਾਰ ਨਹੀਂ ਰਿਹਾ। ਸੇਵਾ ਜਿੰਨੀ ਮਰਜ਼ੀ ਕਰੋ ਗੁਰਦੁਆਰਾ ਸਾਹਿਬ ਜਾ ਕੇ, ਲੰਗਰ ਦੀ, ਜੋੜਿਆਂ ਦੀ, ਤੱਪੜ ਝਾੜਨ ਦੀ, ਲੇਕਿਨ ਜਿਹੜੀ ਗੱਲ ਨੂੰ ਅਹਿਮੀਅਤ ਦਿੱਤੀ ਗਈ ਹੈ ਅਸੀਂ ਉਹਨੂੰ ਨਕਾਰ ਨਹੀਂ ਸਕਦੇ, ਨਾ ਉਹਦਾ ਕੋਈ ਸਬਸਟੀਟਿਊਟ ਲੱਭ ਸਕਦੇ। ਸਾਧੂ ਦੇ ਸੰਗ ਦੇ ਜ਼ਰੀਏ, ਸਾਧੂ ਦੇ ਸੰਗ ਦੇ ਦੁਆਰਾ ਹਰ ਕੀਰਤਨ ਗਾਈਏ। ਸਾਧੂ ਕੀ ਹੈ? ਜਿਹੜਾ ਅਸੀਂ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ, ਇਹੀ ਸਾਧੂ ਹੈ। ਇਹ ਜਦੋਂ ਇਕਾਂਤ ਵਿੱਚ ਆਪਣੇ ਘਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇਹ ਹੈ ਸ਼ਬਦ ਦੀ ਸੰਗਤ, ਇਹ ਹੈ ਸਾਧ ਦਾ ਸੰਗ। ਜਿਹੜੀ ਅਸੀਂ ਬਾਹਰ ਕਰਦੇ ਹਾਂ, ਫਰਜ਼ ਕਰ ਲਓ ਗੁਰਦੁਆਰੇ ਜਾਂਦੇ ਹਾਂ, ਉਹ ਹੈ ਸੰਗਤ ਜਿੱਥੇ ਅਸੀਂ ਬੈਠ ਕੇ ਗੁਰਬਾਣੀ ਗੁਰੂ ਦੀਆਂ ਗੱਲਾਂ ਸੁਣਦੇ ਹਾਂ। ਕੇਵਲ ਤੇ ਕੇਵਲ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਉਹ ਹੈ ਸੰਗਤ। ਉਹ ਸਾਧ ਸੰਗਤ ਨਹੀਂ ਹੈ, ਉਹਨੂੰ ਸੰਗਤ ਕਹਿਣਾ ਉਹ ਵੀ ਬੜੀ ਜ਼ਰੂਰੀ ਹੈ।
क्योंकि नाम ਅਸੀਂ 24 ਘੰਟੇ नहीं जप सकते। ਜਦੋਂ नाम जपण वाले पासों मन हटता, फिर उदों ਅਸੀਂ बाणी पढ़ी, गुरबाणी गुरु तो फिर गाइडेंस लईदी है। साध संग हरे कीर्तन गाइए, ਕਹਿੰਦੇ ਇਹ ਅਸਥਾਨ ਗੁਰੂ ਤੇ ਪਾਈਏ। ਇਹ ਜਿਹੜੀ ਥਾਂ ਤੂੰ ਲੱਭਦਾ ਫਿਰਦਾ ਨਾ, ਵੀ ਜਿੱਥੇ ਹਮੇਸ਼ਾ ਨਾਮ ਹੀ ਜਪਿਆ ਜਾਂਦਾ ਹੋਏ, ਜਿੱਥੇ ਹਰ ਕੋਈ ਅਕਾਲ ਦੀ ਸਿਫਤ ਸਲਾਹ ਦੇ ਵਿੱਚ ਹੀ ਰੁੱਝਿਆ ਹੋਏ, ਉਹ ਗੁਰੂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ। ਇਹ ਅਸਥਾਨ ਗੁਰੂ ਤੇ ਪਾਈਏ। ਗੁਰੂ ਜਿਹੜਾ ਹੈ ਉਹ ਗੁਰਮੰਤਰ ਦਾ ਅੱਧਾ ਹਿੱਸਾ ਵੀ ਹੈ। ਇੱਥੇ ਇਹ ਵੀ ਸਾਨੂੰ ਭੇਤ ਮਿਲਦਾ ਕਿ ਉਹ ਅਸਥਾਨ ਨਾਮ ਜਪ ਜਪ ਕੇ ਅਸੀਂ ਉੱਥੇ ਪਹੁੰਚਣਾ। ਇਸ ਕਰਕੇ ਇਹ ਇੱਕ ਸਟੇਟ ਆਫ ਮਾਈਂਡ ਹੈ। ਇਹ ਕੋਈ ਬਾਹਰ ਨਹੀਂ ਹੈ, ਕੋਈ ਤੀਰਥ ਨਹੀਂ ਹੈ, ਕੋਈ ਜੰਗਲ ਨਹੀਂ ਹੈ। ਇਹ ਐਸ ਸਰੀਰ ਦੇ ਅੰਦਰ ਹੀ ਸਾਨੂੰ, ਜਦੋਂ ਅਸੀਂ ਮਨ ਨੂੰ ਸਾਧਨਾ, ਬੇਸਿਕਲੀ ਨਾਮ ਕਦ ਲਈ ਜਪਣਾ ਸੀ? ਨਾਮ ਮਨ ਨੂੰ ਇਕਾਗਰ ਕਰਨ ਵਾਸਤੇ। ਮਨ, ਮੈਂ ਪਹਿਲਾਂ ਵੀ ਦੱਸਿਆ ਵੀ 60,000 ਥਾਟਸ, ਸਾਇੰਟਿਸਟ ਕਹਿੰਦੇ ਆ ਵੀ ਜਿਹੜਾ ਮਨ ਹੈ ਸਾਡਾ 60,000 ਵਾਰ ਸੋਚਦਾ ਹੈ ਇੱਕ ਦਿਹਾੜੀ ਦੇ ਵਿੱਚ। ਸੋ ਇੰਨੇ 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 ਉਦਮ ਚੱਕ ਦੇ ਨਾਲੇ ਮਨ ਨੂੰ ਕਾਬੂ ਕਰਨਾ, ਤੇ ਉਹਦੇ ਲਈ ਫਿਰ ਗਿਆਨ ਵੀ ਵੱਡਾ ਚਾਹੀਦਾ। ਇਸੇ ਗਿਆਨ ਦੀ ਅਸੀਂ ਖੋਜ ਕਰਦੇ ਆ ਰਹੇ ਹਾਂ, ਲੱਭਦੇ ਆ ਰਹੇ ਹਾਂ ਕਿ ਸਾਨੂੰ ਉਹ ਜਿਹੜਾ ਗੁਰਬਾਣੀ ਗੁਰੂ ਹੈ ਉਹਦੀ ਗਾਈਡੈਂਸ ਮਿਲ ਜੇ, ਸਹੀ ਗਾਈਡੈਂਸ ਮਿਲ ਜੇ, ਤੇ ਅਸੀਂ ਉਸ ਗਿਆਨ ਦੀ ਮਦਦ ਦੇ ਨਾਲ, ਗੁਰਬਾਣੀ ਦੀ ਮਦਦ ਦੇ ਨਾਲ ਜਿਉਂਦੇ ਜੀ ਜਿਉਂਦੇ ਜੀ, ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਉਸ ਅਕਾਲ ਪੁਰਖ ਦੀ ਜੋਤ ਦੇ ਵਿੱਚ ਲੀਨ ਹੋ ਸਕੀਏ। ਜਿੱਦਾਂ ਬਾਬਾ ਨਾਨਕ, ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ, ਜਿਸ ਤਰ੍ਹਾਂ ਸਾਡੇ ਭਗਤ, ਔਰ ਜਿਨ੍ਹਾਂ ਦੇ ਨਾਮ ਵਿੱਚ ਆਏ ਨੇ, ਜਿਨ੍ਹਾਂ ਦੇ ਨਾਮ ਵਿੱਚ ਆਏ ਨੇ, ਇਹ ਸਾਰੇ ਬੜੇ ਬੜੇ ਭਗਤ ਸੀ ਅਕਾਲ ਦੇ, ਪਰਮਾਤਮਾ ਦੇ ਬੜੇ ਬੜੇ ਭਗਤ ਸੀ। ਇਹ ਭਗਤੀ ਕਰਕੇ ਉਸ ਲੈਵਲ ਤੇ ਪਹੁੰਚੇ। ਉਹਨਾਂ ਨੂੰ ਐਗਜ਼ਾਮਪਲਸ ਲੈਣੇ ਪੈ ਗਏ ਉਹਨਾਂ ਦੇ। द्रौपदी, पंचाली राज सभा में राम नाम, पंचाली को राज सभा में राम नाम सुध आई। ਉਹਦਾ ਜਦੋਂ ਵਸਤਰ ਹਰਨ ਕਰਨ ਲੱਗੇ, ਉਹਨੇ ਐਸੀ ਬੇਨਤੀ ਅਕਾਲ ਪੁਰਖ ਦੇ ਅੱਗੇ ਕੀਤੀ, ਪਰਮਾਤਮਾ ਦੇ ਅੱਗੇ ਜੋਦੜੀ ਕੀਤੀ, ਐਸਾ ਉਹਦਾ ਧਿਆਨ ਜੁਟਿਆ, ਪਰਮਾਤਮਾ ਨੇ ਉਹਦੀ ਆਪ ਰੱਖਿਆ ਕੀਤੀ। ਪ੍ਰਹਿਲਾਦ ਦੀ ਐਗਜ਼ਾਮਪਲ ਹੈ, ਗਨਕਾ ਦੀ ਐਗਜ਼ਾਮਪਲ ਹੈ, ਕਿੰਨੀਆਂ ਐਗਜ਼ਾਮਪਲਸ ਨੇ ਗੁਰਬਾਣੀ ਦੇ ਵਿੱਚ। ਇਹ ਸਾਰੀਆਂ ਅਸੀਂ ਇੱਥੋਂ ਇੰਸਪਾਇਰ ਹੋਣਾ, ਭਰੋਸਾ ਬੰਨਣਾ ਆਪਣਾ ਕਿ ਹਾਂ ਅਕਾਲ ਪੁਰਖ ਹੈ, ਲੇਕਿਨ ਉਹ ਦੇਹ ਰੂਪ ਚ ਨਹੀਂ ਹੈ, ਉਹ ਸ਼ਬਦ ਰੂਪ ਚ ਹੈ, ਉਹ ਧੁਨ ਰੂਪ ਚ ਹੈ। ਉਹ ਉਸ ਅਕਾਲ ਤੱਕ ਪਹੁੰਚਣ ਵਾਸਤੇ, ਉਹ ਉੱਥੇ ਤੱਕ ਜੋਤ ਦੇ ਵਿੱਚ ਸਮਾਉਣ ਵਾਸਤੇ ਸਾਨੂੰ ਕਿਸ ਤਰ੍ਹਾਂ ਦਾ ਅਭਿਆਸ ਕਰਨਾ ਪਊ, ਸਾਨੂੰ ਕੀ ਕਰਨਾ ਪਊ? ਉਹ ਹੈ ਕੇਵਲ ਤੇ ਕੇਵਲ ਨਾਮ, ਕੇਵਲ ਤੇ ਕੇਵਲ ਨਾਮ। ਕਿਉਂਕਿ ਅਕਾਲ ਪੁਰਖ ਦੇਹ ਚ ਨਹੀਂ ਹੈ, ਅਕਾਲ ਪੁਰਖ ਸ਼ਬਦ ਰੂਪ ਹੈ, ਇੱਕ ਉਹ ਹੈ, ਉਹ ਇੱਕ ਹੈ, ਉਹ ਹੈ ਧੁਨ ਰੂਪ। ਉਹ ਜਿਹੜਾ ਹੈ ਅੱਗੇ ਅੱਖਰ, ਉਹ ਧੁਨ ਹੈ। ਆਓ ਹੁਣ ਆਪਾਂ ਆਪਣੀ ਵਿਚਾਰ ਜਿਹੜੀ ਹੈ ਉਹ ਸ਼ੁਰੂ ਕਰ। ਪਦਾ ਨੰਬਰ 21, ਸਿੱਧ ਗੋਸ਼ਟ ਬਾਣੀ ਦੀ ਅਸੀਂ ਅੱਜ ਵਿਚਾਰ ਸ਼ੁਰੂਆਤ ਕਰਨੀ ਹੈ। ਆਦ ਕੋ ਕਵਨ ਵਿਚਾਰ ਕਥੀਏ ਲੈ, ਸੁਨ ਕਹਾਂ ਘਰ ਵਾਸੋ। ਇਹ ਗੁਰਬਾਣੀ, ਇੱਕ ਗੱਲ ਦੱਸਾਂ ਵੀ ਬਹੁਤ ਬਹੁਤ ਸਿੰਪਲ ਹੈ। ਸਿਰਫ ਤੇ ਸਿਰਫ
ਸਾਡੇ ਜਿਹੜੇ ਧਾਰਮਿਕ ਆਗੂ ਨੇ ਜਾਂ ਕਥਾਕਾਰ ਜਾਂ ਸਾਨੂੰ ਗਾਈਡ ਕਰਨ ਵਾਲੇ, ਉਹਨਾਂ ਨੇ ਇਹਨੂੰ ਬੜਾ ਗੁੰਝਲਦਾਰ ਬਣਾ ਦਿੱਤਾ। ਬਹੁਤ ਸਿੰਪਲ ਮਾਰਗ ਦੱਸਿਆ ਸੀ ਬਾਬੇ ਨਾਨਕ ਨੇ। ਉਹ ਕਹਿੰਦੇ ਜੀ, ਆਦ ਕੋ ਕਵਨ ਵਿਚਾਰ ਕਥੀਏ ਲੈ, ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਦੀ ਤੁਸੀਂ ਜਿਹੜੀ ਵਿਚਾਰ ਹੈ ਉਹਨੂੰ ਕਿੱਦਾਂ ਐਕਸਪਲੇਨ ਕਰੋਗੇ, ਕਿੱਦਾਂ ਵਿਚਾਰ ਕਰੋਗੇ ਉਹਦੇ ਤੇ, ਉਹਦੀ ਹੋਂਦ ਦੇ ਬਾਰੇ, ਉਹਦੀ ਗੁਣਾਂ ਦੇ ਬਾਰੇ। ਸੁਨ ਕਹਾ ਘਰ ਵਾਸੋ। ਉਸ ਤੋਂ ਬਾਅਦ ਕਹਿੰਦੇ ਕਿ ਜਿਹੜੀ ਅਵਸਥਾ ਹੁੰਦੀ ਹੈ ਸੁਨ ਦੀ, ਜਿੱਥੇ ਜਾ ਕੇ ਅਸੀਂ ਟੋਟਲ ਡਿਟੈਚਡ ਹੋ ਜਾਂਦੇ ਹਾਂ, ਜਿਉਂਦੇ ਜੀ, ਧੀਆਂ ਪੁੱਤਰਾਂ ਮਾਪਿਆਂ ਪਰਿਵਾਰ ਤੋਂ ਜਿਉਂਦੇ ਜੀ ਬੰਦਾ ਮੋਹ ਜਿਹੜਾ ਉਹ ਆਪਣਾ ਖਤਮ ਕਰ ਲੈਂਦਾ, ਆਪਣੀ ਅਟੈਚਮੈਂਟ ਖਤਮ ਕਰ ਲੈਂਦਾ। ਇਹ ਹੈ ਸੁਨ, ਜਿੱਥੇ ਕੇਵਲ ਨਾਮ ਅਭਿਆਸ ਦੇ ਵਿੱਚ ਗੁਰਮੁਖ ਸੱਜਣ ਜਿਹੜੇ ਨੇ ਉਹ ਜੁੜਦੇ ਨੇ। ਗਿਆਨ ਕੀ ਮੁਦਰਾ ਕਵਨ ਕਥੀ ਅਲੇ। ਕਹਿੰਦੇ ਅਧਿਆਤਮਕ ਜਿਹੜਾ ਗਿਆਨ ਹੈ, ਜਿਹੜਾ ਪ੍ਰਮਾਤਮਾ ਨੂੰ ਮਿਲਣ ਦਾ ਰਾਸਤਾ ਹੈ, ਜਿਹੜੀ ਜਾਣਕਾਰੀ ਹੈ, ਉਹਦੀ ਜੁਗਤ ਕੀ ਹੈ, ਉਹਨੂੰ ਕਿਵੇਂ ਐਕਸਪਲੇਨ ਕਰਨਾ। ਮੁਦਰਾ ਜਿਹੜੀ ਹੈ ਇੱਥੇ ਮੀਨਿੰਗ ਹੈ ਜੁਗਤ। ਗਿਆਨ ਕੀ ਮੁਦਰਾ ਕਵਨ ਕਥੀ ਅਲੇ, ਘਟ ਘਟ ਕਵਨ ਨਿਵਾਸੋ। ਤੇ ਉਹ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹਦਾ ਘਟ ਘਟ ਦੇ ਵਿੱਚ ਵਾਸਾ ਕਿਸ ਤਰ੍ਹਾਂ ਹੈ, ਕਿੱਦਾਂ ਉਹ, ਕਿੱਦਾਂ ਦਾ ਉਹਦਾ ਰੂਪ ਹੈ ਵੀ ਜਿਹੜਾ ਉਹ ਘਟ ਘਟ ਦੇ ਵਿੱਚ ਸਮਾਇਆ। ਕਾਲ ਕਾ ਠਿੰਗਾ ਕਿਉਂ ਜਲਾਈ ਲੈ। ਦੇਖੋ ਲਫ਼ਜ਼, ਦੇਖੋ ਲਫ਼ਜ਼ ਕਿੰਨੇ ਵਰਤੇ ਨੇ, ਮੀਨਿੰਗ ਭਾਵੇਂ ਇੱਕੋ ਹੀ ਹੈ, ਪਰ ਲਫ਼ਜ਼ ਬਾਬੇ ਨਾਨਕ ਨੇ ਲਿਪੀ ਨੂੰ, ਬੋਲੀ ਨੂੰ ਇੰਨਾ ਅਮੀਰ ਬਣਾ ਦਿੱਤਾ ਕਿ ਕਿੱਦਾਂ ਦੇ ਲਫ਼ਜ਼ ਵਰਤੇ। ਦੇਖੋ, ਕਾਲ ਕਾ ਠਿੰਗਾ ਕਿਉਂ ਜਲਾਈ ਲੈ। ਕਹਿੰਦੇ ਇਹਦਾ ਸਿੰਪਲ ਮੀਨਿੰਗ ਹੈ ਵੀ ਮੌਤ ਦਾ ਡਰ ਕਿਵੇਂ ਖਤਮ ਕੀਤਾ ਜਾਵੇ। ਕਿਉਂ ਨਿਰਭਉ, ਕਿਉਂ, ਕਿਉਂ ਦਾ ਮਤਲਬ ਕਿਉਂ ਨਹੀਂ ਹੈ, ਕਿਉਂ ਪੜਨਾ ਇਹਨੂੰ, ਕਿਵੇਂ। ਇੱਕ ਹੁੰਦਾ ਕਿਉਂ ਵਾਈ, WHY, ਇੱਕ ਹੁੰਦਾ ਕਿਉਂ ਹਾਉ, HOW। ਸੋ ਇੱਕ ਕਿਉਂ ਪੜਨਾ ਹੈ। ਕਾਲ ਕਾ ਠਿੰਗਾ ਕਿਉਂ ਜਲਾਈ ਲੈ, ਕਿਉਂ ਨਿਰਭਉ ਘਰੇ ਜਾਈਏ। ਮੌਤ ਦਾ ਡਰ ਖਤਮ ਕਿਵੇਂ ਕਰੀਏ, ਕਾਲ ਦੀ ਜਿਹੜੀ ਚੋਟ ਹੈ ਉਹਦੇ ਤੋਂ ਕਿੱਦਾਂ ਮੁਕਤ ਹੋਈਏ, ਇਹਦਾ ਉਪਾਅ ਸਾਨੂੰ ਦੱਸਣਾ, ਇਹਦੇ ਬਾਰੇ ਸਾਨੂੰ ਚਾਨਣਾ ਪਾਓ। ਕਿਉਂ ਨਿਰਭਉ ਘਰ ਜਾਈਏ। ਤੇ ਉਸ ਅਕਾਲ ਪੁਰਖ ਨਿਰਭਉ, ਜਿਹੜਾ ਭੌਂਦਾ ਨਹੀਂ ਹੈ, ਉਹਦੇ ਘਰ 'ਚ ਕਿਵੇਂ ਪਹੁੰਚਿਆ ਜਾਵੇ, ਉਹਦੇ ਤੱਕ ਕਿਵੇਂ ਪਹੁੰਚ ਕੀਤੀ ਜਾਵੇ। ਇੱਕ ਥਾਂ ਮਹਾਰਾਜ ਨੇ ਦੱਸਿਆ ਵੀ ਅਗਮ ਅਗੋਚਰ ਪਕੜਿਆ ਗੁਰ ਸ਼ਬਦੀ। ਅਗਮ ਅਗੋਚਰ ਪਕੜਿਆ ਗੁਰ ਸ਼ਬਦੀ। ਗੁਰੂ ਦੇ ਸ਼ਬਦ ਦੇ ਜ਼ਰੀਏ ਅਗਮ ਅਗੋਚਰ ਪ੍ਰਭ ਗੁਰਮੁਖੇ ਪਾਈਐ, ਆਪਣੇ ਸਤਿਗੁਰ ਕਹਿ ਬਲਹਾਰੀ। ਇੱਕ ਸਿਸਟਮ ਦੇ ਵਿੱਚ ਸਾਨੂੰ ਆਉਣਾ ਪਊਗਾ ਜੇ ਅਸੀਂ ਉਸ ਅਕਾਲ ਪੁਰਖ ਤੱਕ ਪਹੁੰਚ ਕਰਨੀ ਹੈ। ਸਤਿਗੁਰ ਸਾਨੂੰ ਧਾਰਨਾ ਪਊਗਾ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕਹਿ ਬਲ ਹਾਰੀਐ। ਔਰ ਉਹਦੇ ਅੱਗੇ ਸਾਨੂੰ ਟੋਟਲ ਸਰੈਂਡਰ ਕਰਨਾ ਪਊਗਾ। ਟੋਟਲ ਸਰੈਂਡਰ, ਟੋਟਲ ਸਰੈਂਡਰ ਗੁਰਬਾਣੀ ਗੁਰੂ ਦੇ ਅੱਗੇ।
ਇਹ ਨਹੀਂ ਹੈ ਵੀ ਜਾ ਕੇ ਪਾ ਕੇ ਰੁਪਈਆ ਤੇ ਮੱਥਾ ਟੇਕ ਲਿਆ ਉੱਥੇ, ਇੰਨੇ ਨਾਲ ਨਹੀਂ ਗੱਲ ਬਣਦੀ। ਕਰਮ ਕਾਂਡ ਹੈ, ਇਹ ਕਰਮ ਕਾਂਡ ਹੈ। ਵਾਹਿਗੁਰੂ, 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 ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਇੱਕ ਥਾਂ ਤੇ ਕਹਿੰਦੇ ਆ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਉਹ ਜਿਹੜੇ ਬੰਦੇ ਨੂੰ ਸਤਿਗੁਰ ਤੇ ਭਰੋਸਾ ਨਹੀਂ ਬਣਿਆ, ਸ਼ਬਦ ਵਿੱਚ ਜਿਸ ਦਾ ਪਿਆਰ ਨਹੀਂ ਲੱਗਿਆ, ਇਸੇ ਕਰਕੇ ਗੁਰਮੁਖ ਸਿਸਟਮ ਦੀ ਪਹਿਲੀ ਕੰਡੀਸ਼ਨ ਹੈ ਕਿ ਇੱਕ ਸਤਿਗੁਰ ਨਾਲ ਪ੍ਰਤੀਤ, ਭਰੋਸਾ, ਪਿਆਰ, ਗੁਰਮੁਖ ਸਿਸਟਮ ਮੰਨਣ ਦੀ ਅਵਸਥਾ ਜਪ ਬਾਣੀ ਦੇ ਵਿੱਚ ਐਕਸਪਲੇਨ ਕੀਤਾ ਗਿਆ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਓ ਜਾਓ, ਦਿਹਾੜੀ 'ਚ 100 ਵਾਰੀ ਜਾ ਕੇ ਭਾਵੇਂ ਮੱਥੇ ਟੇਕੀ ਜਾਓ, ਗੱਲ ਨਹੀਂ ਬਣਨੀ ਜੋ ਨਾਮ ਜਪਣ ਨਾਲ ਗੱਲ ਬਣ। ਸੋ ਇੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਮੌਤ ਦਾ ਡਰ ਕਿਵੇਂ ਖਤਮ ਕਰੀਏ। ਕਾਲ ਕਾ ਠੀਂਗਾ ਕਿਉਂ ਜਲਾਈ, ਕਿਉਂ ਨਿਰਭਉ ਕਰ ਜਾਈਏ, ਕਿਉਂ ਉਸ ਨਿਰਭਉ ਦੇ ਘਰ ਅਸੀਂ ਕਿੱਦਾਂ ਸਾਨੂੰ ਐਂਟਰੀ ਮਿਲੇ। ਸਹਿਜ ਸੰਤੋਖ ਕਾ ਆਸਣ ਜਾਣਾ। ਸਹਿਜ ਸੰਤੋਖ ਵਿੱਚ ਜਾਣ ਦਾ ਤਰੀਕਾ ਕੀ ਹੈ? ਕਿਉਂ ਛੇਦੈ ਬੈਰ ਆਈਐ। ਜਿਹੜੇ ਸਾਡੇ ਬੈਰੀ ਨੇ, ਜਿਹੜੀਆਂ ਸਾਡੀਆਂ ਬੁਰਾਈਆਂ ਨੇ, ਉਹਨਾਂ ਨੂੰ ਕਿਵੇਂ ਅਸੀਂ ਹਰਾਈਏ। ਛੇਦੈ ਮਤਲਬ ਉਹਨਾਂ ਨੂੰ ਕਿਵੇਂ ਅਸੀਂ ਵਿੰਨੀਏ, ਉਹਨਾਂ ਨੂੰ ਕਿਵੇਂ ਅਸੀਂ ਮਾਰੀਏ, ਕਿਵੇਂ ਉਹਨਾਂ ਤੇ ਕਾਬੂ ਪਾਈਏ। ਬੜੀ ਇੰਪੋਰਟੈਂਟ ਹੁਣ ਗੱਲ ਅੱਗੇ ਆਉਣ ਲੱਗੀ ਹੈ। ਗੁਰ ਕੈ ਸ਼ਬਦੇ ਹਉਮੈ ਬਿਖ ਮਾਰੈ। ਇਸੇ ਕਰਕੇ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਸਿਹਾਰੀਆਂ ਜਾਂ ਔਂਕੜ ਨੇ, ਜਿਹੜੇ ਆਪਣੀ ਮਰਜ਼ੀ ਨਾਲ ਬੁਲਾ ਦਿੰਦੇ ਆ, ਇਹ ਗੂੰਗੇ ਨਹੀਂ ਹੈ। ਗੁਰ ਕੈ ਸ਼ਬਦ, ਠੀਕ ਹੈ, ਉਹ ਜਿੱਦਾਂ ਆਪਾਂ ਇੱਕ ਸ਼ਬਦ ਦੀ ਗੱਲ ਕਰਦੇ ਹਾਂ। ਹੁਣ ਜਦੋਂ ਗੁਰ ਕੈ ਸ਼ਬਦ ਦੇ ਦੱਦੇ ਨੂੰ ਸਿਹਾਰੀ ਪੈ ਗਈ, ਉਹ ਹੈ ਸ਼ਬਦ ਦੇ ਦੁਆਰਾ, ਸ਼ਬਦ ਦੇ ਜ਼ਰੀਏ। ਗੁਰ ਕੈ ਸ਼ਬਦੇ ਅੰਦਰੇ ਹੀ, ਬਾਹਰ ਨਹੀਂ। ਗੁਰ ਕੇ ਨਹੀਂ ਹੈ, ਕੈ। ਗੁਰ ਕੈ ਸ਼ਬਦੇ ਹਉਮੈ ਬਿਖ ਮਾਰੈ। ਸਭ ਤੋਂ ਪਹਿਲਾਂ ਇਹ ਹਉਮੈ ਜ਼ਹਿਰ ਨੂੰ ਖਤਮ ਕਰ। ਇੱਕ ਦੇ ਮਰਨ ਨਾਲ ਹੀ ਕਾਫੀ ਫਰਕ ਪੈ ਜਾਣਾ। ਤਾਂ ਨਿਜ ਘਰ ਹੋਵੇ ਵਾਸੋ। ਹੁਣ ਜੇ ਹਉਮੈ ਦਾ ਜ਼ਿਕਰ ਕੀਤਾ ਇੱਥੇ, ਇਹਦਾ ਮਤਲਬ ਇਹ ਨਹੀਂ ਕਿ ਕੱਲੀ ਹਉਮੈ, ਇਹਦਾ ਮਤਲਬ ਸਾਰੇ ਇਕੱਠੇ ਹੀ ਹੈ। ਕਿਉਂ ਛੇਦੈ ਬੈਰ, ਸਾਰੇ ਜਿਹੜੇ 5 ਵੈਰੀ ਨੇ ਉਹ ਸਾਰੇ ਇਕੱਠੇ ਨੇ। ਇਹ ਮਤ ਭੁਲੇਖੇ ਚ ਰਿਓ ਕਿ ਇੱਕ ਹਉਮੈ ਦਾ ਜ਼ਿਕਰ ਕੀਤਾ ਤੇ ਇਕੱਲੀ ਹਉਮੈ ਦੇ ਨਾਲ ਨਿਜ ਘਰ ਚ ਵਾਸਾ ਹੋ ਜਾਏਗਾ। ਕਿਉਂ ਬਈ, ਬਾਕੀ ਫਿਰ 4 ਕਿੱਦਾਂ ਕਿੱਥੇ ਗਏ, ਉਹਨਾਂ ਦਾ ਜ਼ਿਕਰ ਹੀ ਨਹੀਂ ਆਇਆ। ਗੁਰ ਕੈ ਸ਼ਬਦੇ ਹਉਮੈ ਬਿਖ ਮਾਰੈ। ਇਹ 5 ਦੀ ਜ਼ਹਿਰ ਜਿਹੜੀ ਹੈ, ਜਿਹੜੇ ਬੈਰੀ ਨੇ ਉਹ ਖਤਮ ਕਰਤੇ। ਤਾਂ ਉਸ ਘਰ ਦੇ ਵਿੱਚ ਜਿਹੜਾ ਅੰਦਰ ਹੀ ਹੈ ਮੇਰੇ, ਕੋਠੜੇ ਮੈਂ ਕੋਠੜੀ, ਤਾਂ ਉੱਥੇ ਜਾ ਕੇ ਕਿਤੇ ਵਾਸਾ ਪਾ ਸਕਦੇ ਆ। ਗੁਰੂ ਦੇ ਸ਼ਬਦ ਦੀ ਭਗਤੀ, ਫਿਰ ਮਨ ਦਾ ਅੰਤਰਮੁਖੀ ਹੋਣਾ, ਅੰਤਰਮੁਖੀ ਹੋ ਕੇ ਅੰਦਰੇ ਟਿਕ ਜਾਣਾ ਨਿਜ ਘਰ ਦੇ ਵਿੱਚ। ਜਿਨ ਰਚ ਰਚਿਆ, ਜਿਨੇ ਇਹ ਬ੍ਰਹਿਮੰਡ ਦੀ ਰਚਨਾ ਕੀਤੀ ਹੈ, ਤਿਸ ਸ਼ਬਦੇ ਪਛਾਣੈ। ਉਹਨੂੰ ਸ਼ਬਦ ਦੇ ਦੁਆਰਾ ਪਛਾਣਿਆ ਜਾ ਸਕਦਾ। ਲਫ਼ਜ਼ ਵੀ ਪਛਾਣ ਲਿਖਿਆ। ਹੁਣ ਇੱਥੇ ਥੋੜੀ ਜਿਹੀ ਕੁੰਡੀ ਹੈ। ਇੱਕ ਗੱਲ ਹੈ ਵੀ ਮੈਂ ਹੁਣ ਜੇ ਗੱਲ ਏਦਾਂ ਕਰੂੰਗਾ ਵੀ ਮੈਂ ਪ੍ਰੇਮ ਸਿੰਘ ਹੋਰਾਂ ਨੂੰ ਦੇਖਿਆ ਤੇ ਮੇਲੇ 'ਚ ਉਹਨਾਂ ਨੇ ਮੈਨੂੰ ਮਿਲਣਾ ਤੇ ਮੈਂ ਉਹਨਾਂ ਨੂੰ ਪਛਾਣ ਲੈਣਾ। ਉਹਤੇ ਜਦੋਂ ਦੇਖਿਆ ਹੀ ਨਹੀਂ ਤੇ ਪਛਾਣਨਾ ਕਿੱਦਾਂ? ਇੱਥੇ ਤੇ ਲਿਖਿਆ ਤਿਸ ਸ਼ਬਦ ਦੇ ਪਛਾਣੈ। ਸਿੰਪਲ ਜਿਹਾ ਕੁਐਸਚਨ ਹੈ, ਇਹਦਾ ਜਵਾਬ ਆਪਣੇ ਮਨ ਤੋਂ ਪੁੱਛਣਾ।
ਆਪਾਂ ਗੱਲ ਕਰਦੇ ਹਾਂ ਵੀ ਫਲਾਣੇ ਨੂੰ ਮੈਂ ਦੇਖਿਆ ਹੋਇਆ ਕਿਤੇ, ਉਹਨੂੰ ਮੈਂ ਮਿਲਿਆ 1-2 ਵਾਰੀ, ਬੜੇ ਸਾਲਾਂ ਬਾਅਦ ਉਹਨੂੰ ਮੈਂ ਫੇਰ ਮਿਲਣਾ ਤੇ ਉੱਥੇ ਉਹਨੂੰ ਮੈਨੂੰ ਕਿਤੇ ਮਾਲ ਦੇ ਵਿੱਚ ਮਿਲਣਾ, ਕਿਤੇ ਕਿਸੇ ਮੇਲੇ 'ਚ ਮਿਲਣਾ, ਗੁਰਦੁਆਰੇ ਮਿਲਣਾ ਤੇ ਮੈਂ ਉਹਨੂੰ ਪਛਾਣ ਲੈਣਾ, ਬਿਕੋਜ਼ ਪਹਿਲਾਂ ਮੈਂ ਉਹਨੂੰ ਦੇਖਿਆ ਕਿਤੇ। ਤੇ ਇਹਨੂੰ ਹੁਣ ਸ਼ਬਦ ਦੇ ਜਿਹਨੇ ਰਚਨਾ ਕੀਤੀ ਹੈ, ਇੰਨਾ ਬ੍ਰਹਿਮੰਡ ਸਾਜ ਦਿੱਤਾ, ਉਹਨੂੰ ਫਿਰ ਕਿੱਦਾਂ ਪਛਾਨਣਾ ਭਾਈ? ਪਛਾਨਣ ਦਾ ਮਤਲਬ ਹੈ ਨਾਮ ਜਪਣਾ। ਜਿਹਨੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਹੈ, ਉਸ ਨੂੰ ਗੁਰੂ ਦੇ ਸ਼ਬਦ ਦੇ ਦੁਆਰਾ ਮੈਂ ਪਛਾਣ ਲਿਆ। ਕਿੱਦਾਂ? ਸ਼ਬਦ ਨੂੰ ਜਪ ਕੇ। ਸ਼ਬਦ ਨੂੰ ਜਪ ਕੇ, ਸ਼ਬਦ ਦਾ ਅਭਿਆਸ ਕਰਕੇ, ਸ਼ਬਦ ਦੀ ਇਬਾਦਤ ਕਰਕੇ, ਸ਼ਬਦ ਦੀ ਭਗਤੀ ਕਰਕੇ, ਨਾਨਕ ਤਾ ਕਾ ਦਾਸੋ। ਤੇ ਨਾਨਕ ਫਿਰ ਉਸੇ ਦਾ ਦਾਸ ਬਣਦਾ। ਕੋਈ ਵਿੱਚ ਵਿਚੋਲਾ ਨਹੀਂ ਹੈ, ਕੋਈ ਵਿਚੋਲਾ ਨਹੀਂ ਪਾਇਆ ਕਿ ਇਹ ਮੇਰਾ ਧਰਮ ਦਾ ਵਿਚੋਲਾ ਹੈ, ਇਹ ਮੈਨੂੰ। ਇਸੇ ਕਰਕੇ ਦਸਮ ਪਾਤਸ਼ਾਹ ਨੇ ਫਤਿਹ ਦੇ ਵਿੱਚ ਗੁਰਮੰਤਰ ਲਕੋ ਕੇ ਸਾਨੂੰ ਦਿੱਤਾ। ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਡਾਇਰੈਕਟ ਰਿਲੇਟਡ ਟੂ ਗॉड। ਵਾਹਿਗੁਰੂ ਜੀ ਕਾ ਖਾਲਸਾ, ਖਾਲਸੇ ਦਾ ਮਤਲਬ ਇਹ ਨਹੀਂ ਵੀ ਪਿਓਰ, ਖਾਲਸੇ ਦਾ ਮਤਲਬ ਹੈ ਡਾਇਰੈਕਟ ਰਿਲੇਟਡ ਟੂ ਗॉड। ਮੈਂ ਉਹ ਹਾਂ ਜਿਹਦਾ ਸਿੱਧਾ ਸੰਬੰਧ ਅਕਾਲ ਦੇ ਨਾਲ ਹੈ, ਰੱਬ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ, ਪ੍ਰਭ ਦੇ ਨਾਲ ਹੈ। ਮੇਰਾ ਕੋਈ ਵਿਚੋਲਾ ਨਹੀਂ। ਬਹੁਤ ਸਿੰਪਲ ਹੈ। ਹੁਣ ਇੱਕ ਵਾਰੀ ਪੜ੍ਹਨਾ ਆਪਾਂ ਇਹਨੂੰ, ਮੇਰਾ ਖਿਆਲ ਸਾਰਿਆਂ ਦੇ ਇਹ ਗੱਲ ਪਕੜ ਚ ਆ ਗਈ ਹੋਣੀ ਹੈ। ਆਦ ਕੋ ਕਵਨ ਵਿਚਾਰ ਕਥੀ ਲੈ, ਸੁਨ ਕਹਾਂ ਘਰ ਵਾਸੋ, ਗਿਆਨ ਕੀ ਮੁद्रा ਕਵਨ ਕਥੀ ਲੈ, ਘਟ ਘਟ ਕਵਨ ਨਿਵਾਸੋ, ਕਾਲ ਕਾ ਠੀਂਗਾ ਕਿਉ ਜਲਾਈ ਲੈ, ਕਿਉ ਨਿਰਭਉ ਕਰ ਜਾਈਐ, ਸਹਿਜ ਸੰਤੋਖ ਕਾ ਆਸਣ ਜਾਣੈ, ਕਿਉ ਛੇਦੈ ਬਹਿਰ ਆਈਐ, ਗੁਰ ਕੈ ਸ਼ਬਦੇ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ, ਜਿਨ ਰਚ ਰਚਿਆ ਤਿਸ ਸ਼ਬਦੇ ਪਛਾਣੈ, ਨਾਨਕ ਤਾਂ ਕਾ ਦਾਸੋ। ਇਹ ਹੋ ਗਿਆ ਜੀ ਪਦਾ ਨੰਬਰ 21। ਅੱਗੇ ਚਲੀਏ। ਕਹਾਂ ਤੇ ਆਵੈ, ਕਾਂ ਇਹ ਜਾਵੈ, ਕਾਂ ਇਹ ਰਹਿ ਸਮਾਈ, ਇਸ ਸ਼ਬਦ ਕੋ ਜੋ ਅਰਥਾਵੈ, ਤਿਸ ਗੁਰ ਤਿਲ ਨਾ ਤਮਾਈ। ਇਹ ਜੀਵ ਕਿੱਥੋਂ ਆਉਂਦਾ, ਕਿੱਥੇ ਚਲਿਆ ਜਾਂਦਾ ਤੇ ਕਿੱਥੇ ਸਮਾਇਆ ਰਹਿੰਦਾ, ਕਿੱਥੇ ਜਾ ਕੇ ਟਿਕ ਜਾਂਦਾ। ਕਹਿੰਦੇ ਇਹ ਜਿਹੜਾ ਸਾਨੂੰ ਗੱਲ ਸਮਝਾ ਦੇ ਨਾ, ਇਸ ਸ਼ਬਦ ਕੋ ਜੋ ਅਰਥਾਵੈ, ਇੱਥੇ ਦੱਦੇ ਨੂੰ ਔਂਕੜ ਨਹੀਂ ਹੈ, ਇੱਥੇ ਗੱਲ ਦਾ ਜ਼ਿਕਰ ਹੋ ਰਿਹਾ ਜਿਹੜੀ ਉੱਤੇ ਪੁੱਛੀ ਜਾ ਰਹੀ ਹੈ। ਇਸ ਸ਼ਬਦ ਕੋ ਜੋ ਅਰਥਾਵੈ, ਤਿਸ ਗੁਰ ਤਿਲ ਨਾ ਤਮਾਈ। ਹੁਣ ਇੱਥੇ ਜਿਹੜਾ ਤਿਸ ਗੁਰ ਦੀ ਗੱਲ ਕੀਤੀ ਹੈ, ਇੱਥੇ ਅਕਾਲ ਪੁਰਖ ਨਹੀਂ ਹੈ, ਇੱਥੇ ਉਹ ਗੁਰੂ ਹੈ ਜਿੱਦਾਂ ਸਾਡਾ ਆਪਾਂ ਬੋਲਦੇ ਹਾਂ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ। ਕਹਿੰਦੇ ਆ ਚੀਜ਼ ਜਿਹੜਾ ਖੋਲੇਗਾ, ਇਹਦਾ ਮਤਲਬ ਉਸ ਗੁਰੂ ਨੂੰ ਵੀ ਤਿਲ ਜਿੰਨੀ ਮਾਇਆ ਦਾ ਪ੍ਰਭਾਵ ਨਹੀਂ ਹੋਏਗਾ। ਤਿਲ ਨਾ ਤਮਾਈ, ਤਮਾ ਨਹੀਂ ਹੋਏਗੀ। ਤਮਾ ਕੀ ਹੈ? ਇੱਛਾ। ਇੱਛਾ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ। ਇੱਛਾ ਕਿਸੇ ਨੂੰ ਮੋਹ ਕਰਨ ਦੀ ਹੋ ਸਕਦੀ ਹੈ। ਇੱਛਾ ਪਾਵਰ ਦੀ ਹੋ ਸਕਦੀ ਹੈ, ਜਿੱਥੇ ਹੰਕਾਰ ਆਏਗਾ। ਇੱਛਾ ਜਿਹੜੀ ਹੈ ਕਾਮ ਦੀ ਹੋ ਸਕਦੀ ਹੈ, ਕਿਸੇ ਦੇ ਰੂਪ ਵੱਲ, ਰੰਗ ਰੂਪ ਵੱਲ ਦੇਖ ਕੇ ਕਾਮ ਦੀ ਇੱਛਾ ਪ੍ਰਬਲ ਹੋਗੀ।
ਕਹਿੰਦੇ ਆ ਜਿਹੜਾ ਸਾਨੂੰ ਗੱਲ ਸਮਝਾਊਗਾ ਉਹ ਗੁਰੂ ਹੋਏਗਾ। ਇਹਦਾ ਮਤਲਬ ਜੇ ਉਹ ਗੁਰੂ ਹੋਏਗਾ ਤੇ ਉਹਨੂੰ ਤਿਲ ਜਿੰਨੀ ਤਮਾ ਨਹੀਂ ਹੋਏਗੀ, ਉਹਨੂੰ ਤਿਲ ਜਿੰਨੀ ਮਾਇਆ ਜਿਹੜੀ ਹੈ ਉਹਨੂੰ ਪੋਹ ਨਹੀਂ ਸਕਦੀ ਹੋਏ। ਕਿਉਂ ਤਤੈ ਅਵਗਤੈ ਪਾਵੈ, ਗੁਰਮੁਖ ਗੁਰਮੁਖੇ ਲੱਗੈ ਪਿਆਰੋ। ਹੁਣ ਉਹ ਡਿਕਲੇਅਰ ਕਰ ਚੁੱਕੇ ਹੈ ਕਿ ਆ ਜਿਹੜੀ ਸਾਨੂੰ ਗੱਲ ਸਮਝਾਏਗਾ ਕਿ ਕਿੱਥੋਂ ਇਹ ਜੀਵ ਆਉਂਦਾ ਹੈ, ਕਿੱਥੇ ਜਾਂਦਾ ਹੈ, ਕਿੱਥੇ ਇਹ ਸਮਾਇਆ ਰਹਿੰਦਾ, ਜਿਹੜਾ ਸਾਨੂੰ ਇਹ ਗੱਲ ਸਮਝਾਏਗਾ ਉਹ ਸਾਡਾ ਕੰਪਲੀਟ ਮਾਰਗਦਰਸ਼ਕ ਹੋਏਗਾ, ਸਾਡਾ ਗੁਰੂ ਹੋਏਗਾ, ਔਰ ਉਸ ਗੁਰੂ ਦੀ ਇਹ ਨਿਸ਼ਾਨੀ ਹੋਏਗੀ ਕਿ ਉਹ ਮਾਇਆ ਤੋਂ ਪਰੇ ਹੋਏਗਾ। ਤਿਸ ਗੁਰ ਤਿਲ ਨਾ ਤਮਾਈ, ਰਤਾ ਭਰ ਵੀ ਮਾਇਆ ਉਸ ਨੂੰ ਪੋ ਨਹੀਂ ਸਕਦੀ ਹੋਏਗੀ। ਕਿਉਂ ਤਤੈ ਅਵਗਤੇ ਪਾਵੈ, ਗੁਰਮੁਖੇ ਲੱਗੈ ਪਿਆਰੋ। ਆਪੇ ਸੁਰਤਾ ਆਪੇ ਕਰਤਾ ਕਉ ਨਾਨਕ ਵਿਚਾਰੋ। ਤਤ ਵਸਤੂ ਨਾਮ ਹੈ। ਅਵਗਤੈ, ਤਤੈ ਨੂੰ ਦੋ ਲਾਵਾਂ, ਉਹ ਹੈ ਗੁਰ ਪ੍ਰਸਾਦ। ਆਪਾਂ ਆਨੰਦ ਬਾਣੀ ਪੜ੍ਹ ਕੇ ਆਏ ਆ, ਉਹਦੇ ਚ ਆਪਾਂ ਤੁਕ ਪੜ੍ਹੀ ਸੀ, ਤਤੈ ਸਾਰ ਨਾ ਜਾਣੀ, ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਜਿਨ੍ਹਾਂ ਨੇ ਸੁਣਿਆ ਔਰ ਜਿਨ੍ਹਾਂ ਨੇ ਸੁਣ ਕੇ ਮੰਨਿਆ, ਜੇ ਟਾਈਮ ਪਾਸ ਕੀਤਾ ਤੇ ਵੱਖਰੀ ਗੱਲ ਹੈ, ਜੇ ਯਾਦ ਹੈ ਤੇ ਵੈਲ ਐਂਡ ਗੁੱਡ। ਤਤ ਵਸਤੂ ਹੈ ਹੀ ਨਾਮ ਹੈ, ਕਿਉਂ ਤਤੈ ਅਵਗਤੈ ਪਾਵੈ। ਅਵਗਤੈ ਹੈ ਹੀ ਗੁਰ ਪ੍ਰਸਾਦ ਦੇ ਜ਼ਰੀਏ, ਗੁਰ ਪ੍ਰਸਾਦ ਦੇ ਦੁਆਰਾ। ਕਿਉਂ ਤਤੈ ਅਵਗਤੈ ਪਾਵੈ, ਗੁਰਮੁਖੇ ਲੱਗੈ ਪਿਆਰੋ। ਗੁਰਮੁਖ ਸਿਸਟਮ ਦੇ ਵਿੱਚ ਆ ਜਾਓ। ਸਿਰਫ ਤੇ ਸਿਰਫ ਇੰਨਾ ਹੀ ਆਪਣੇ ਆਪ ਨੂੰ ਬਦਲਣਾ ਹੈ ਕਿ ਇੱਕ ਅਕਾਲ ਪੁਰਖ ਤੇ ਭਰੋਸਾ, ਹੋਰ ਕੋਈ ਭਰੋਸਾ ਨਹੀਂ ਕਿਸੇ ਤੇ। ਸਾਰੀਆਂ ਚੀਜ਼ਾਂ ਜਿਹੜੀਆਂ ਉਹ ਭਰੋਸੇ ਤੋਂ ਪਰੇ ਨੇ। ਬੰਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਰਿਸ਼ਤੇਦਾਰਾਂ ਤੇ, ਦੋਸਤਾਂ ਤੇ, ਜਾਂ ਕੋਈ ਹੋਰ ਵੱਖਰੇ ਵੱਖਰੇ ਤਰ੍ਹਾਂ ਦੇ ਮੰਨੀ ਜਾਣਾ ਸਾਰਿਆਂ ਨੂੰ ਵੀ ਫਲਾਣਾ ਬੜਾ ਪਹੁੰਚਿਆ ਜੀ, ਨਾ। ਇੱਕ ਤੇ ਭਰੋਸਾ ਲੈ ਕੇ ਆਓ। ਫਿਰ ਇੱਕ ਦੀ ਇਬਾਦਤ, ਫਿਰ ਇੱਕ ਦੁਆਰਾ ਦੀਖਿਆ, ਫਿਰ ਇੱਕ ਨੂੰ ਮੰਨਣਾ। ਆਹ ਸਿਸਟਮ ਦੇ ਵਿੱਚ ਆ ਜਾਓ। ਆਪੇ ਸੁਰਤਾ ਆਪੇ ਕਰਤਾ ਕਉ ਨਾਨਕ ਵਿਚਾਰੋ। ਕਹਿੰਦੇ ਸੁਰਤ ਜਿਹੜੀ ਹੈ ਇਹ ਵੀ ਉਹਦੀ ਹੈ, ਉਸ ਦੀ ਦਿੱਤੀ ਹੈ। ਉਸ ਦੀ ਇਬਾਦਤ ਕਰਨੀ। ਕਉ ਨਾਨਕ ਵਿਚਾਰੋ, ਮੈਂ ਇਹ ਸੁਰਤ ਵੀ ਉਹਦੀ ਹੈ, ਕਰਤਾ ਪੁਰਖ ਆਪ ਹੈ, ਤੇ ਮੈਂ ਉਹਦੀ ਹੀ ਵਿਚਾਰ ਕਰਦਾ, ਭਾਵ ਉਹਦੇ ਹੀ ਸ਼ਬਦ ਨੂੰ ਜਪਦਾ, ਉਹਦੇ ਹੀ ਸ਼ਬਦ ਦੀ ਇਬਾਦਤ ਕਰਦਾ। ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਰਹਿ ਸਮਾਈ। ਇਹ ਹੁਕਮ ਵਿੱਚ ਹੀ ਉੱਥੇ ਆਉਂਦਾ। ਹੁਕਮ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉਸ ਅਕਾਲ ਦੇ ਹੁਕਮ 'ਚ ਇੱਥੇ ਆਉਂਦਾ, ਉਸ ਅਕਾਲ ਦੇ ਹੁਕਮ 'ਚ ਹੀ ਚਲੇ ਜਾਂਦਾ, ਤੇ ਹੁਕਮ 'ਚ ਹੀ ਮੁੜ ਕੇ ਸਮਾ ਜਾਂਦਾ। ਪੂਰੇ ਗੁਰ ਤੇ ਸਾਚ ਕਮਾਵੈ, ਗਤ ਮਿਤ ਸ਼ਬਦੇ ਪਾਈ। ਪੂਰੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਦੀ ਕਮਾਈ, ਸੋਝੀ, ਮੁਕਤੀ ਸ਼ਬਦ ਦੇ ਨਾਲ ਹੀ ਸੰਭਵ ਹੈ। ਗਤਮਿਤ ਜਿਹੜੀ ਹੈ, ਗਤਮਿਤ ਹੈ ਸੋਝੀ ਤੇ ਮੁਕਤੀ। ਗਿਆਨ ਲੈ ਕੇ ਪਹਿਲਾਂ ਮਨ ਨੂੰ ਸਾਧਨਾ, ਔਰ ਉਸ ਗਿਆਨ ਦੀ ਬਰਕਤ ਦੇ ਨਾਲ ਨਾਮ ਦੀ ਕਮਾਈ ਕਰਕੇ ਮੁਕਤ ਹੋਣਾ। ਪੂਰੇ ਗੁਰ ਤੇ ਸਾਚ ਕਮਾਵੇ। ਪੂਰੇ ਗੁਰੂ ਦੀ ਕਿਰਪਾ ਦੇ ਦੁਆਰਾ, ਗੁਰ ਪ੍ਰਸਾਦ ਦੇ ਦੁਆਰਾ ਸਾਚ ਕਮਾਵੇ। ਸ਼ਬਦ ਅਭਿਆਸ 'ਚ ਜੁਟਦਾ ਬੰਦਾ,
ਨਾਮ ਦੀ ਕਮਾਈ ਕਰਦਾ। ਸਾਚ ਕਮਾਵੈ, ਸਾਚ ਹੈ ਹੀ ਨਾਮ ਹੈ। ਨਾਮ ਦੀ ਕਮਾਈ ਤੇ ਗਤ ਮਿਤ ਸ਼ਬਦੇ ਪਾਈ। ਗਤ ਮਿਤ ਹੈ ਸੋਝੀ ਤੇ ਮੁਕਤੀ। ਗਿਆਨ ਦੇ ਜ਼ਰੀਏ ਆਪਣੇ ਜੀਵਨ ਨੂੰ ਸਾਧਦਾ, ਰਸਨਾ ਦੇ ਨਾਲ ਨਾਮ ਉਚਾਰਦਾ ਤੇ ਉੱਥੋਂ ਤੱਕ ਪਹੁੰਚਦਾ ਹੈ। ਇਹ ਹੋ ਗਿਆ ਪਦਾ ਨੰਬਰ 22। ਆਦ ਕੋ ਬਿਸਮਾਦ ਵਿਚਾਰ ਕਥਿਅਲੇ ਸੁਨ ਨਿਰੰਤਰ ਵਾਸ ਲਿਆ। ਵੀ ਜਦੋਂ ਭਗਤੀ ਕੀਤੀ, ਅਕਾਲ ਦੀ ਜਦੋਂ ਭਗਤੀ ਕੀਤੀ, ਆਦ ਕੋ ਬਿਸਮਾਦ ਵਿਚਾਰ ਕਥਿਅਲੇ, ਜਦੋਂ ਉਸ ਆਦ ਸੱਚ ਦੀ, ਜੋ ਸ਼ੁਰੂ ਤੋਂ ਸੱਚ ਹੈ, ਜੁਗਾਦ ਸੱਚ ਹੈ, ਜੋ ਹੈ ਹੀ ਸੱਚ ਹੈ, ਉਸ ਦੀ ਜਦੋਂ ਭਗਤੀ ਦੇ ਵਿੱਚ ਰੁੱਝਿਆ, ਇਬਾਦਤ ਦੇ ਵਿੱਚ ਲੱਗਿਆ, ਸੁਨ ਨਿਰੰਤਰ ਵਾਸ ਲਿਆ, ਸਟੇਟ ਆਫ ਮਾਈਂਡ ਸੁਨ, ਉਹ ਜਿਉਂਦੇ ਜੀ ਮੁਕਤ ਹੋ ਗਿਆ, ਕੋਈ ਉਹਦਾ ਵਿਚਾਰ ਨਹੀਂ ਚੱਲਦਾ। ਕਹਿਣ ਤੋਂ ਭਾਵ ਹੈ ਕਿ ਉਹਦਾ ਮਨ ਖੜਾ ਹੋ ਗਿਆ, ਮਨ ਉਹਨੇ ਸਾਧ ਲਿਆ, ਸੁਨ ਚ ਚਲਾ ਗਿਆ। ਔਰ ਫਿਰ ਇਹ ਨਹੀਂ, ਨਿਰੰਤਰ ਉਸ ਸੁਨ ਦੇ ਵਿੱਚ ਬ੍ਰਹਮੰਡੀ ਧੁਨੀ ਦਾ ਫਿਰ ਉਹ ਰਸ ਮਾਣਦਾ, ਆਨੰਦ ਮਾਣਦਾ। ਕਰਮਖੰਡ ਦੀ ਅਵਸਥਾ ਕਹਿ ਲਓ, ਦਸਮ ਦੁਆਰ ਦੀ ਅਵਸਥਾ ਕਹਿ ਲਓ, ਪਰਮ ਪਦ ਦੀ ਅਵਸਥਾ ਕਹਿ ਲਓ, ਉੱਥੇ ਉਹ ਅਭਿਆਸੀ ਪਹੁੰਚਦਾ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ, ਘਟ ਘਟ ਸਾਚਾ ਸਰਬ ਜੀ। ਉਸ ਅਧਿਆਤਮਕ ਗਿਆਨ ਦੇ ਜ਼ਰੀਏ ਕਲਪਨਾ ਤੋਂ ਪਰੇ, ਅਕਲਪਤ ਮੁਦਰਾ। ਹੁਣ ਜਿਹੜਾ ਲਾਈਫ ਸਟਾਈਲ ਕਿੱਦਾਂ ਦਾ ਬਣ ਗਿਆ ਕਿ ਵਿਚਾਰ ਨਹੀਂ ਚੱਲਦੇ, ਕਲਪਨਾ ਨਹੀਂ ਕਰਦਾ, ਅਕਲਪਤ ਹੋ ਗਿਆ। ਕਲਪਨਾ ਵਿਚਾਰ ਅੰਦਰ ਆ ਹੀ ਨਹੀਂ ਰਹੇ। ਕਲਪਨਾ ਕਰਕੇ ਹੀ ਅਸੀਂ ਵਿਚਾਰ ਕਰਦੇ ਨਾ। 60-70 ਵਿਚਾਰ ਤੇ ਸਾਡੇ ਮਨ ਦੇ ਵਿੱਚ ਕਾਲਪਨਿਕ ਹੀ ਚੱਲਦੇ ਆ, ਵੀ ਮੈਂ ਆਹ ਕਰੂੰਗਾ, ਆਹ ਹੋ ਜਾਊਗਾ, ਆਹ ਕਰੂੰਗਾ, ਆਹ ਹੋ ਜਾਊਗਾ। ਉਸ ਅਕਾਲ ਪੁਰਖ ਦੀ ਇਬਾਦਤ ਜਦੋਂ ਕੀਤੀ, ਘਟ ਘਟ ਸਾਚਾ ਸਰਬ ਜੀ, ਤੇ ਦ੍ਰਿਸ਼ਟੀ ਜਿਹੜੀ ਹੈ ਐਸੀ ਬਣ ਗਈ ਹੈ ਕਿ ਉਹ ਘਟ ਘਟ ਦੇ ਵਿੱਚ ਵਸਣ ਵਾਲੇ ਅਕਾਲ ਦੇ ਦਰਸ਼ਨ ਕਰ ਰਹੀ ਹੈ। ਪਤਾ ਲੱਗ ਰਿਹਾ ਉਸ ਨੂੰ ਕਿ ਹਰ ਜੀਵ ਦੇ ਵਿੱਚ ਉਸ ਪਰਮਾਤਮਾ ਦੀ ਮੌਜੂਦਗੀ ਹੈ। ਵਾਹਿਗੁਰੂ ਵਾਹਿਗੁਰੂ। ਗੁਰਬਚਨੀ ਅਵਗਤੇ ਸਮਾਈਐ। ਗੁਰੂ ਦੇ ਬਚਨ ਦੇ ਨਾਲ, ਨਾਮ ਦੇ ਨਾਲ, ਸ਼ਬਦ ਅਭਿਆਸ ਦੇ ਨਾਲ ਜਦੋਂ ਇੱਕ ਮਿਕ ਹੋ ਜਾਣਗੇ, ਉਸ ਤਤ ਨਿਰੰਜਨ ਨੂੰ ਆਪਣੇ ਅੰਦਰ ਹੀ ਮਹਿਸੂਸ ਕਰਨ ਲੱਗਾਂਗੇ। ਗੁਰਬਚਨੀ ਅਵਗਤੇ ਸਮਾਈਐ, ਤਤ ਨਿਰੰਜਨ ਸਹਿਜੇ ਲਹਿ। ਉਸ ਅਵਸਥਾ ਦੇ ਵਿੱਚ ਜਾ ਕੇ, ਚੌਥੀ ਅਵਸਥਾ ਹੈ ਸਹਿਜ ਦੀ। ਹੁਣ ਫੇਰ ਯਾਦ ਦਿਵਾਵਾਂ ਕਿ ਆਪਾਂ 4 ਲਾਵਾਂ ਦੀ ਵਿਆਖਿਆ ਕੀਤੀ ਸੀ। ਹੁਣ ਇਹ ਚੌਥੀ ਸਟੇਜ ਹੈ। ਹਰ ਚੌਥੜੀ ਲਾਮ ਮਨ ਸਹਿਜ ਪਿਆ। ਉਸ ਅਵਸਥਾ 'ਚ ਜਾ ਕੇ ਫਿਰ ਗੁਰੂ ਦੇ ਬਚਨ ਦੇ ਜ਼ਰੀਏ ਭਗਤੀ ਕਰ ਕਰਕੇ
ਜਦੋਂ ਉੱਥੇ ਜਾ ਕੇ ਸਾਡਾ ਜਿਹੜਾ ਮਾਈਂਡ, ਸਟੇਟ ਆਫ ਮਾਈਂਡ ਹੀ ਹੈ, ਇਹ ਗੱਲ ਸਿਰਫ ਸਟੇਟ ਆਫ ਮਾਈਂਡ ਹੀ ਹੈ। ਅੰਦਰੋਂ ਜਿੰਨਾ ਮਰਜ਼ੀ ਚੀਰ-ਫਾੜ ਕਰਕੇ ਦੇਖ ਲਓ, ਕੋਈ ਕਮਲ ਨਹੀਂ ਵਿੱਚ ਮਿਲਣਾ ਮੂਧਾ ਪਿਆ, ਕੋਈ ਹਿਰਦਾ ਨਹੀਂ ਮਿਲਣਾ ਵੀ ਇੱਥੇ ਹਿਰਦੇ 'ਚ ਜੋਤ ਜਗਦੀ ਵੀ, ਕੱਖ ਨਹੀਂ ਮਿਲਣਾ। ਇਹ ਸਿਰਫ ਜਿਹੜੀ ਸੁਰਤੀ ਕੰਮ ਕਰਦੀ ਹੈ, ਜਿਹੜਾ ਮਨ ਹੈ ਸਾਡਾ, ਜਿਹੜਾ ਸਾਨੂੰ ਵਿਚਾਰ ਦੇ ਰਿਹਾ ਹੈ, ਇਹ ਉਹਦੀ ਕਾਇਆ ਨੂੰ ਅਸੀਂ ਕਲਪ ਕਰਨਾ, ਉਹਨੂੰ ਅਸੀਂ ਚੇਂਜ ਕਰਨਾ। ਉਹ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਬਸ ਇਹੀ ਚੇਂਜ ਕਰਨਾ ਹੀ ਬੜਾ ਔਖਾ। ਇਹ ਚੇਂਜ ਕਰਨ ਦੀ ਖਾਤਰ ਹੀ ਸਾਨੂੰ ਇਹ ਸਾਰਾ ਜਿਹੜਾ ਗਿਆਨ ਹੈ, ਸਾਡੇ ਗੁਰੂਆਂ ਨੇ ਸਾਨੂੰ ਇਹ ਦਿੱਤਾ, ਬਲਕਿ ਹੋਰ ਥਾਵਾਂ ਤੋਂ ਇਕੱਠਾ ਕਰ ਕਰਕੇ ਦਿੱਤਾ, ਭਗਤਾਂ ਨਾਲ ਸਾਡੀ ਜਾਣ ਪਛਾਣ ਕਰਵਾਈ ਹੈ। ਠੀਕ ਹੈ, ਗੁਰ ਬਚਨੀ ਅਵਗਤੇ ਸਮਾਈ ਹੈ। ਸ਼ਬਦ ਦੇ ਅਭਿਆਸ ਦੁਆਰਾ ਉਸ ਕਰਤੇ ਪੁਰਖ ਦੇ ਵਿੱਚ ਇੱਕ ਮਿਕ ਹੋ ਜਾਾਂਗੇ। ਉਹ ਤਤ ਨਿਰੰਜਨ ਸਹਿਜ ਲਹਿ, ਤੇ ਸਹਿਜ ਦੀ ਜਦੋਂ ਸਾਡੀ ਅਵਸਥਾ ਆ ਗਈ, ਉਹ ਤਤ ਨਿਰੰਜਨ ਦੇ ਨਾਲ ਅਸੀਂ ਇੱਕ ਜੋਤ ਹੋ ਜਾਾਂਗੇ। ਨਾਨਕ ਦੂਜੀ ਕਾਰ ਨਾ ਕਰਨੀ, ਕੋਈ ਦੂਜਾ ਕੰਮ ਹੀ ਨਹੀਂ ਕੋਈ। ਅਕਾਲ ਪੁਰਖ ਦੀ, ਪ੍ਰਭੂ ਦੀ ਪ੍ਰਾਪਤੀ ਦਾ ਕੋਈ ਦੂਜਾ ਰਾਹ ਹੀ ਨਹੀਂ ਹੈ। ਇੱਕੋ, ਇਸ ਕਰਕੇ ਬ੍ਰਹਮ ਗਿਆਨ ਦੀ ਸ਼ੁਰੂਆਤ ਇੱਕ ਤੋਂ ਕੀਤੀ ਹੈ। ਜਿੰਨਾ ਮਰਜ਼ੀ ਕੋਈ ਕਹਿ ਦੇ ਕਿ ਲੈ ਜੀ 21 ਪਾਠ ਸੁਖਮਨੀ ਸਾਹਿਬ ਦੇ ਕਰੋ ਰੋਜ਼, 21 ਪਾਠ, ਚਲੋ ਜੇ ਬਹੁਤਾ ਹੀ ਉਹਦੀ ਜ਼ੁਬਾਨ ਤੇਜ਼ ਚੱਲਦੀ ਹੈ ਤੇ ਚਲੋ 40 ਮਿੰਟਾਂ 'ਚ ਪਾਠ ਕਰ ਲਓ। ਕਿੰਨਾ ਕੁ ਟਾਈਮ ਦਿਓਗੇ ਵੀ ਆਪਣੇ ਗ੍ਰਸਤ ਜੀਵਨ ਦੇ ਵਿੱਚ ਇਹਨੂੰ ਪਾਠ ਕਰਨ ਨੂੰ, ਜਾਂ ਨਿਤਨੇਮ ਕਰਨ ਨੂੰ, ਜਾਂ ਹੋਰ ਬਾਣੀਆਂ ਪੜ੍ਹਨ ਨੂੰ? ਕੱਲ੍ਹ ਹੀ ਮੇਰੇ ਇੱਕ ਪਰਮ ਮਿੱਤਰ ਨੇ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਕੋਈ ਥੋੜੇ ਦਿਨ ਹੀ ਹੋਏ ਆ, ਕੋਈ ਚੜ੍ਹਾਈ ਕਰ ਗਿਆ, ਬਹੁਤ ਗੁਰਮੁਖ ਪਿਆਰਾ ਅਭਿਆਸੀ, ਨਾਮ ਅਭਿਆਸੀ ਸਿੰਘ ਸੀ, ਚੜ੍ਹਾਈ ਕਰ ਗਏ। ਉਹ ਜਿਉਂਦੇ ਜੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਮੈਂ ਚੰਗੀ ਤਰ੍ਹਾਂ ਜਾਣਦਾ ਉਹਨਾਂ ਨਾਲ, ਮੇਰੀ ਜਿਹੜੀ ਜਾਣ ਪਛਾਣ ਸੀ 1991 ਤੋਂ ਸੀ ਉਹਨਾਂ ਨਾਲ, ਜਿਨ੍ਹਾਂ ਨੇ ਸਰੀਰ ਛੱਡਿਆ। ਜਿਉਂਦੇ ਜੀ ਕੋਈ ਕਦਰ ਨਹੀਂ ਕੀਤੀ। ਵਿਚਾਰਾ 9-10 ਘੰਟੇ ਬੰਦਾ ਕੰਮ ਕਰਦਾ ਸੀ, ਕੰਮ ਤੇ ਜਾਂਦਾ ਸੀ, ਔਰ ਉਹਦੇ ਬਾਬਤ ਲਿਖਿਆ ਕਿ ਉਹ 200 ਅੰਕ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਪੜ੍ਹਦੇ ਸੀ। ਉਹ 7 ਬਾਣੀਆਂ ਦਾ ਨਿਤਨੇਮ ਕਰਦੇ ਸੀ, ਉਹ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਸੀ, ਉਹ ਇੰਨਾ ਆਹ ਕੰਮ ਕਰਦੇ, ਪਰ ਕਿਤੇ ਨਾਮ ਦਾ ਜ਼ਿਕਰ ਨਹੀਂ ਹੈ ਕਿ ਉਹ ਨਾਮ ਅਭਿਆਸੀ ਸੀ। ਕਿਉਂਕਿ ਸਾਡਾ ਮਾਈਂਡ ਸੈਟ ਹੀ ਉਦਾਂ ਦਾ ਬਣਾਇਆ ਗਿਆ ਵੀ ਖੰਡ ਪਾਠ ਕਰਕੇ ਹੀ ਸਾਨੂੰ ਰੱਬ ਨੇ ਮਿਲਣਾ। ਕਿਹਨੂੰ ਮਿਲਿਆ ਵੀ? ਕਿਹਨੂੰ ਮਿਲਿਆ? ਕੋਈ ਦੱਸ ਦਿਓ। ਐਡੀ ਵੱਡੀ ਆ ਸੰਸਥਾ ਹੈਗੀ ਆ ਸ਼੍ਰੋਮਣੀ ਕਮੇਟੀ, ਕਿੰਨੇ ਕੁ ਬ੍ਰਹਮ ਗਿਆਨੀ ਨੇ ਇੱਥੇ EMPLOYEE ਜਿਹੜੇ ਕੰਮ ਕਰਦੇ ਆ, ਕਿੰਨੇ ਕੁ ਬ੍ਰਹਮ ਗਿਆਨੀ? ਮੇਰੇ ਮੂੰਹ ਚੋਂ ਗੱਲਾਂ ਨਿਕਲ ਗਈਆਂ, ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ, ਲੇਕਿਨ ਇਹ ਗੱਲਾਂ ਆਪ ਮੁਹਾਰੇ ਆ ਜਾਂਦੀਆਂ, ਯਕੀਨ ਕਰਿਓ, ਆਪ ਮੁਹਾਰੇ ਆ ਜਾਂਦੀਆਂ। ਹਾਂ, ਆਮ ਲੋਕਾਈ ਦੇ ਵਿੱਚੋਂ ਅਸੀਂ ਕੁਝ ਸੱਜਣ ਐਸੇ ਲੱਭ ਸਕਦੇ ਹਾਂ, ਜਿਨ੍ਹਾਂ ਨੇ ਨਾਮ ਦੀ ਕਮਾਈ ਕਰਕੇ ਜਿਹੜੇ ਉਸ ਜੋਤ ਦੇ ਵਿੱਚ ਲੀਨ ਹੋਏ ਨੇ, ਜਾਂ ਉੱਥੋਂ ਤੱਕ ਪਹੁੰਚੇ ਨੇ, ਜਿਨ੍ਹਾਂ ਨੇ ਆਪਣੀ ਅਵਸਥਾ ਉੱਚੀ ਕੀਤੀ, ਇਹ ਵੀ ਕਹਿ ਲਓ। ਕੋਈ ਦੂਜਾ ਕੰਮ ਪ੍ਰਵਾਨ ਹੀ ਨਹੀਂ ਹੈ ਗੁਰੂ ਘਰ ਦੇ ਵਿੱਚ। ਨਾਨਕ ਦੇ ਘਰ ਦੇ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੇ ਵਿੱਚ ਦੂਸਰਾ ਕੰਮ ਕੋਈ ਪ੍ਰਵਾਨ ਨਹੀਂ ਹੈ। ਅਸੀਂ ਫੇਰ ਪਹਿਲਾਂ ਸ਼ਬਦ ਵਿਚਾਰਿਆ ਸੀ, ਤਾਂ ਕਰਕੇ ਮੈਂ ਬੇਨਤੀ ਕੀਤੀ ਸੀ ਵੀ ਪਹਿਲਾਂ ਆਪਾਂ ਸ਼ਬਦ ਵਿਚਾਰਾਂਗੇ। ਸਾਨੂੰ ਸਾਲ ਹੋ ਗਿਆ, ਅਸੀਂ ਕੱਲਾ ਸਾਰੇ ਤੇ ਨਹੀਂ, ਪਰ ਜਿੰਨੇ ਵੀ ਸ਼ਬਦ ਵਿਚਾਰੇ ਹੈ ਆਪਣੇ 1 ਸਾਲ ਦੇ ਵਿੱਚ, ਪਹਿਲਾਂ ਆਨੰਦ ਬਾਣੀ ਦੇ ਵਿਚਾਰ ਤੋਂ ਪਹਿਲਾਂ ਅਸੀਂ ਸ਼ਬਦ ਵਿਚਾਰਿਆ ਸੀ, ਕਰਮ ਧਰਮ ਪਾਖੰਡ ਜੋ ਦੀਸੈ। ਅਕਾਲ ਪੁਰਖ ਦੀ ਭਗਤੀ ਦੇ ਵਿੱਚ ਜਿਹੜੀ ਚੀਜ਼ ਨਜ਼ਰ ਆ ਰਹੀ ਹੈ, ਉਹਨੂੰ ਏਦਾਂ ਸਮਝਿਓ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਫੁੱਲ ਚੜਾ ਰਹੇ ਹਾਂ, ਸਾਨੂੰ ਦਿਸ ਰਿਹਾ। ਅਸੀਂ ਲੰਗਰ ਤਿਆਰ ਕਰ ਰਹੇ ਹਾਂ, ਸਾਨੂੰ ਦਿਸ ਰਿਹਾ। ਅਸੀਂ
ਜੋੜੇ ਝਾੜ ਰਹੇ ਹਾਂ, ਸਾਨੂੰ ਦਿਸ ਰਿਹਾ, ਅਸੀਂ ਤੱਪੜ ਸਾਫ਼ ਕਰ ਰਹੇ ਹਾਂ, ਸਾਨੂੰ ਦਿਸ ਰਿਹਾ, ਲੇਕਿਨ ਅਕਾਲ ਪੁਰਖ ਦੀ ਸੇਵਾ ਜਿਹੜੀ ਹੈ ਉਹ ਨਜ਼ਰ ਨਹੀਂ ਆਏਗੀ, ਕਿਉਂਕਿ ਅਕਾਲ ਪੁਰਖ ਨਜ਼ਰ ਨਹੀਂ ਆ ਰਿਹਾ। ਇਹ ਇੱਥੇ ਇਸ ਸੁਸਾਇਟੀ 'ਚ ਪ੍ਰਵਾਨ ਹੈ। ਅਸੀਂ ਸਤਿਕਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ, ਅਸੀਂ ਫੁੱਲ ਚੜਾ ਦਿੰਦੇ ਹਾਂ, ਹਾਲਾਂਕਿ ਉਹ ਵੀ ਮਨਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਨਹੀਂ, ਅਸੀਂ ਉਹ ਪੜ੍ਹਨਾ ਤੇ ਹੈ ਨਹੀਂ ਨਾ, ਅਸੀਂ ਤਾਂ ਮੱਥੇ ਟੇਕਣ ਵਾਸਤੇ ਰੱਖਿਆ। ਫਿਰ ਅਸੀਂ ਲੰਗਰ ਦੀ ਸੇਵਾ ਕਰਦੇ ਹਾਂ, ਉਹ ਅਸੀਂ ਸੋਚਦੇ ਹਾਂ ਕਿ ਗੁਰੂ ਨੂੰ ਨਹੀਂ, ਉਹ ਪਹੁੰਚਣੀ ਹੈ ਸਾਡੀ ਸੁਸਾਇਟੀ ਨੂੰ। ਅਸੀਂ ਆਪ ਹੀ ਇਕੱਠੇ ਹੁੰਨੇ ਹਾਂ ਇੱਕ ਥਾਂ ਤੇ, ਆਪੇ ਹੀ ਅਸੀਂ ਉਹਨੂੰ ਲੰਗਰ ਦਾ ਨਾਮ ਦੇ ਦਿੱਤਾ। ਬਾਣੀ ਕਹਿੰਦੀ ਹੈ ਲੰਗਰ ਚੱਲੇ ਗੁਰ ਸ਼ਬਦ ਹਾਰ, ਗੁਰੂ ਦੇ ਸ਼ਬਦ ਤੋਂ ਵੱਡਾ ਲੰਗਰ ਕੋਈ ਨਹੀਂ ਹੈ। ਅਸੀਂ ਫੇਰ ਸਾਡੀ ਜਿਹੜੀ ਟਰਮੀਨੋਲੋਜੀ ਹੈ ਐਡੀ ਗਲਤ ਕਰ ਦਿੱਤੀ ਹੈ ਕਿ ਉੱਥੇ ਵਰਾ ਦਿੱਤੀ ਹੈ ਅਸੀਂ, ਜਿੱਥੇ ਉਹਦੀ ਲੋੜ ਹੀ ਨਹੀਂ। ਖਿਮਾ ਕਰਿਓ, ਮੈਂ ਕਈ ਵਾਰੀ ਲਾਈਨ ਤੋਂ ਹਟ ਕੇ ਗੱਲ ਕਰਦਾ। ਜਦੋਂ ਐਸੀਆਂ ਤੁਕਾਂ ਆਉਂਦੀਆਂ ਨੇ, ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੋ ਖੋਜ ਲਹੈ। ਵੈਰੀ ਇੰਪੋਰਟੈਂਟ, ਖੋਜ ਦਾ ਵਰਡ ਅੱਗੇ ਆ ਰਿਹਾ। ਪ੍ਰਭੂ ਦੀ ਪ੍ਰਾਪਤੀ ਦਾ ਹੋਰ ਕੋਈ ਦੂਸਰਾ ਰਾਹ ਨਹੀਂ ਹੈ, ਹੋਰ ਕੋਈ ਕਰਨੀ ਨਹੀਂ ਹੈ। ਸੇਵੈ ਸਿੱਖ ਸੋ ਖੋਜੇ ਲਹੈ। ਹੁਣ ਜੇ ਇਹਨੂੰ ਪੜਾਂਗੇ ਸੇਵੈ ਸਿੱਖ ਸੋ ਖੋਜ ਲਹੈ, ਅਰਥ ਕੁਝ ਹੋਰ ਨਿਕਲਣਗੇ। ਜੇ ਅਸੀਂ ਇਹਨੂੰ ਪੜਾਂਗੇ ਸੇਵੈ ਸਿੱਖ ਸੋ ਖੋਜੇ ਲਹੈ, ਉਹ ਕੀ ਅਰਥ ਨਿਕਲਦੇ ਆ? ਜਿਹੜਾ ਉਸ ਅਕਾਲ ਦਾ, ਪਰਮਾਤਮਾ ਦਾ, ਪ੍ਰਭ ਦਾ, ਅਕਾਲ ਪੁਰਖ ਦਾ ਸਿੱਖ ਬਣ ਕੇ ਨਾਮ ਜਪਦਾ ਹੈ। ਹੁਣ ਸ਼ਬਦ ਨਹੀਂ ਪੜ੍ਹਦੇ, ਬੰਦੇ ਖੋਜ ਦਿਲ ਹਰ ਰੋਜ਼। ਉਹ ਕੀ ਹੈ ਖੋਜਣਾ? ਖੋਜਣਾ ਕੀ ਹੈ? ਵਾਹਿਗੁਰੂ 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 ਵਾਹਿਗੁਰੂ, ਆਹ ਹੈ ਖੋਜਣਾ। ਖੋਜਣ ਤੋਂ ਭਾਵ ਹੈ ਨਾਮ ਅਭਿਆਸ ਕਰਨਾ। ਹੋਰ ਕਿੱਦਾਂ ਖੋਜਾਂਗੇ? ਕਰ ਕਰਕੇ ਆਪਣਾ ਸੈਲਫ ਐਨਾਲਿਸਿਸ ਕਰਾਂਗੇ ਵੀ ਕਿੱਥੇ ਖੜੇ ਹਾਂ ਅਸੀਂ। ਰੋਜ਼ ਕਹਿੰਦੇ ਜੀ ਦਿਲ ਨੂੰ ਖੋਜੋ ਤੇ ਕੋਈ ਘਬਰਾਹਟ ਨਹੀਂ ਰਹੂਗੀ, ਨਾ ਕੋਈ ਭਟਕਣਾ ਰਹੂਗੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ। ਪਰੇਸ਼ਾਨੀ ਕੀ ਹੈ? ਪਰੇਸ਼ਾਨੀ ਤੇ ਹੈ ਹੀ ਵਿਛੋੜੇ ਦੀ ਹੈ, ਅਕਾਲ ਪੁਰਖ ਤੋਂ ਵਿਛੜਨ ਦੀ ਪਰੇਸ਼ਾਨੀ ਹੈ। ਇਸ ਕਰਕੇ ਹਰ ਰੋਜ਼ ਦਾ ਮਤਲਬ ਨਿਤਾ ਪ੍ਰਤੀ, ਐਵਰੀ ਡੇ। ਕੋਈ ਵੀਕਐਂਡ ਮਾਫ ਨਹੀਂ ਹੈ, ਕੋਈ ਸੈਟਰਡੇ ਦੀ ਛੁੱਟੀ ਨਹੀਂ ਹੈ, ਸੰਡੇ ਦੀ ਛੁੱਟੀ ਨਹੀਂ, ਨਿਤਾ ਪ੍ਰਤੀ। ਰਾਮ ਰਸਾਇਣ ਨਿਤ ਉਠ ਪੀਵੋ। ਰੋਜ਼ ਨਾਮ ਅਭਿਆਸ ਕਰਨਾ ਹੈ ਸਿੱਖ ਨੇ। ਹੋਰ ਕੋਈ ਦੂਜਾ ਕੰਮ ਸਿੱਖ ਦਾ ਹੈ ਹੀ ਨਹੀਂ ਹੈ, ਪ੍ਰਵਾਨ ਹੀ ਨਹੀਂ ਹੈ। ਕਰੀ ਜਾਓ, ਕੋਈ ਕੱਢ ਕੇ ਦੱਸ ਦੇ ਕਿ ਦੂਸਰੇ ਕੰਮ ਦੇ ਦੂਜੀ ਕਾਰੇ ਲੱਗਿਆ ਫਿਰ ਜੋਨੀ ਪਾਈ ਹੈ। ਕੀ ਕਰੋ ਫਿਰ? ਹਰ ਹਰ ਨਾਮ ਸਲਾਹੀਐ, ਸੱਚਕਾਰ ਕਮਾਵੈ। ਦੂਜੀ ਕਾਰੇ ਲੱਗਿਆ ਫਿਰ ਜੋਨੀ ਪਾਵੈ, ਹਰ ਹਰ ਨਾਮ ਸਲਾਹੀਐ, ਸੱਚਕਾਰ ਕਮਾਵੈ। ਬਸ ਇਹ ਇੱਕੋ ਕੰਮ ਕਰਨਾ, ਅਸੀਂ ਨਾਮ ਜਪਣ ਦਾ ਕੰਮ ਕਰਨਾ, ਜਿਹੜਾ ਕਿ ਪ੍ਰਭੂ ਦੇ ਘਰ ਦੇ ਵਿੱਚ ਪ੍ਰਵਾਨ ਹੈ, ਜੋ ਸਾਨੂੰ ਬਾਬਾ ਨਾਨਕ ਗਾਈਡੈਂਸ ਦੇ ਰਹੇ। ਨਾਨਕ ਦੂਜੀ ਕਾਰ ਨ ਕਰਨੀ, ਸੇਵੈ ਸਿੱਖ ਸੋ ਖੋਜੇ ਲਹੈ। सेवा कर करके, नाम हमारे गुर की सेव, नाम हमारे पूजा देव, नाम ही मेरी पूजा, नाम ही मेरी ਜਿਹੜੀ सेवा है। ਤੇ ਖੋਜਣਾ ਕੀ ਹੈ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਇਥੋਂ ਉਪਰਾਮ ਹੋ ਜਿਉਂਦੇ ਜੀ। ਇਹ ਹੈ ਭਗਤੀ, ਇਹ ਹੈ ਬਾਬੇ ਨਾਨਕ ਦੀ ਸਿੱਖਿਆ। ਅੱਗੇ ਚਲਿਏ ਜੀ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਹੁਕਮ ਬਿਸਮਾਦ ਹੁਕਮੇ ਪਛਾਣੈ,
जी जुगते सच जानै सोई। आप मेट निरालम होवै, अंतर साच जोगी कहिए सोई। आप मेट निरालम होवै, अंतर साच जोगी कहिए सोई। हुक्म बिस्मार। ਹੁਕਮ ਨੂੰ ਹੁਣ ਪਛਾਣੈ ਲਫ਼ਜ਼ ਆ ਗਿਆ, ਹੁਕਮੇ ਪਛਾਣੈ। ਜੀ ਜੁਗਤ ਸੱਚ ਜਾਣੈ ਸੋਈ। ਇਹ ਇਸ ਚੀਜ਼ ਤੇ ਆਪਾਂ ਥੋੜਾ ਜਿਹਾ ਵਿਚਾਰ ਜਿਹੜਾ ਪਿੱਛੇ ਵੀ ਚੱਲਦਾ ਆਇਆ, ਆਪਾਂ ਹੋਰ ਵਿਚਾਰ ਕਰਦੇ ਹਾਂ। ਹੁਕਮ ਬਿਸਮਾਦ, ਹੁਕਮ ਨੂੰ ਮੰਨਣਾ, ਹੁਕਮ ਨੂੰ ਪਛਾਨਣਾ। ਹੁਕਮ ਕੀ ਹੈ? ਨਾਮ, ਇੱਕੋ ਨਾਮ ਹੁਕਮ ਹੈ। ਨਾਮ ਦੇ ਜ਼ਰੀਏ ਅਸੀਂ ਉਸ ਕਰਤੇ ਪੁਰਖ ਨੂੰ ਪਛਾਨਣਾ। ਹੁਕਮੇ ਪਛਾਣੈ। ਪਛਾਨਣਾ ਕਿੱਦਾਂ? ਦੇਖਿਆ ਤੇ ਪਹਿਲਾਂ ਹੈ ਹੀ ਨਹੀਂ, ਸੋ ਕੀ ਕਰਨਾ? ਨਾਮ ਹੀ ਨਾਮ ਜਪਣਾ। ਜੀ ਜੁਗਤ ਸੱਚ ਜਾਣੈ ਸੋਈ। ਹੁਣ ਜੀ ਜੁਗਤ ਕੀ ਹੈ? ਜੀ ਜੁਗਤ ਹੈ ਲਾਈਫ ਸਟਾਈਲ। आप मेट के टोटल डिटैच्ड होके अंदरे जो परमात्मा साडे अंदर है ਉਸ ਨੂੰ ਕਹਿਣਾ, ਉਸ ਦੇ ਨਾਮ ਨੂੰ ਕਹਿਣਾ ਤੇ ਉਸ ਦੇ ਨਾਮ ਨੂੰ ਕਹਿਣ ਵਾਲਾ ਹੀ ਅਸਲ ਜੋਗੀ ਹੈ। ਹੁਕਮ ਬਿਸਮਾਦ ਹੁਕਮੇ ਪਛਾਣੈ, ਜੀ ਜੁਗ ਤੇ ਸੱਚ ਜਾਣੈ ਸੋਈ। ਆਪ ਮੇਟ ਨਿਰਾਲਮ ਹੋਵੇ, ਆਪਣਾ ਆਪ ਜਿਹੜਾ ਖਤਮ ਕਰਕੇ, ਜਿਹਨੂੰ ਜਿਉਂਦੇ ਜੀ ਮਰਨ ਦਾ ਕਿਹਾ, ਨਿਰਾਲਮ ਹੋਵੇ, ਨਿਰਮਲ ਹੋਵੇ, ਭਾਵ ਸੰਤੋਖ ਸਹਿਜ ਦੀ ਅਵਸਥਾ ਤੱਕ ਆ ਗਿਆ। ਨਿਰਾਲਮ ਦੀ ਸਟੇਟ ਆਫ ਮਾਈਂਡ ਹੀ ਹੈ। ਨਿਰਾਲਮ ਦੀ ਅਵਸਥਾ ਤੱਕ ਆ ਗਿਆ, ਅੰਦਰੇ ਸੱਚ ਨੂੰ ਪ੍ਰਗਟ ਕਰ ਲਿਆ, ਅੰਦਰੀ ਜੋਤ ਨੂੰ ਪ੍ਰਗਟ ਕਰ ਲਿਆ। ਜੋਗੀ ਕਹੀਏ ਸੋਈ, ਉਹ ਹੈ ਅਸਲ ਜੋਗੀ। ਜੋਗੀ ਦਾ ਮਤਲਬ ਹੁਣ ਇੱਥੇ ਹੈ ਭਗਤ, ਕੇਵਲ ਤੇ ਕੇਵਲ ਭਗਤ। ਕੋਈ ਯੋਗ ਸਾਧਨਾ ਕਰਨ ਵਾਲਾ, ਕੋਈ 84 ਆਸਨ ਕਰਨ ਵਾਲਾ ਜਿਹੜਾ ਉਹ ਪ੍ਰਵਾਨ ਨਹੀਂ ਕੀਤਾ ਬਾਬੇ ਨਾਨਕ ਨੇ। ਜੋਗ ਸਿੱਧ ਆਸਣ 84 ਇਹ ਵੀ ਕਰ ਰਹਿਆ। ਇਹ ਵੀ ਸ਼ਬਦ ਆਪਾਂ ਪਿੱਛੇ ਵਿਚਾਰ ਕੇ ਆਏ। ਉਹ ਸ਼ਬਦ ਸਾਡੇ ਲਈ ਕਿੰਨੇ ਹੈਲਪਫੁਲ ਹੋ ਗਏ ਜੇ ਉਹ ਯਾਦ ਨੇ। ਤੇ ਸਾਡੇ ਜਿਹੜੇ ਤੌਖਲੇ ਨੇ ਉਹ ਸਾਰੇ ਮੁੱਕਦੇ ਜਾ ਰਹੇ ਨੇ। ਆਪ ਮੇਟ ਆਪਾ ਭਾਵ ਖਤਮ ਕਰਕੇ ਦੁਨੀਆ 'ਚ ਰਹਿੰਦਾ ਹੋਇਆ, ਦੁਨੀਆ ਦੀਆਂ ਅਟੈਚਮੈਂਟਸ ਨਾਲੋਂ ਟੁੱਟ ਕੇ ਅੰਤਰੇ ਸਾਚ, ਆਪਣੇ ਅੰਦਰ ਹੀ, ਐਸ ਹਿਰਦੇ ਦੇ ਅੰਦਰ ਹੀ, ਜੋ ਸੁਰਤੀ ਦੇ ਅੰਦਰ ਹੀ ਪ੍ਰਮਾਤਮਾ ਦਾ ਵਾਸ ਹੈ, ਉਹਦੀ ਉਹਦੀ ਅ, 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 ਉਹਨੂੰ ਸਮਝਿਆ, ਉਹਨੂੰ ਜਾਣਿਆ, ਉਹਨੂੰ ਪਛਾਣਿਆ, ਜੋਗੀ ਕਹੀਏ ਸੋਈ। ਹੁਣ ਇੱਥੇ ਆ ਕੇ ਜੋਗੀ ਜਿਹੜਾ ਉਹਨਾਂ ਨੇ ਕਿਹਾ, ਜੋਗੀ ਉਹੀ ਬਣ ਸਕਦਾ। ਜੋਗੀ ਤੋਂ ਭਾਵ ਭਗਤ ਵੀ ਹੈ, ਕਿ ਉਹ ਭਗਤੀ ਉਹੀ ਕਰ ਸਕਦਾ ਜਿਹਨੇ ਇਹ ਕੰਮ ਕੀਤਾ, ਜਿਹਨੇ ਆਪਾ ਮੇਟ ਲਿਆ। ਜਿਉਂਦੇ ਜੀ ਜਿਹੜਾ ਆਪਾਂ ਖਤਮ ਕਰਕੇ ਉਸ ਕਰਤੇ ਪੁਰਖ ਨਾਲ ਮਿਲ ਗਿਆ। ਇੱਥੇ ਹੈ ਜੀ ਪਦਾ ਨੰਬਰ 23 ਖਤਮ ਹੋ ਗਿਆ। ਅੱਗੇ ਚਲੀਏ, ਪਦਾ ਨੰਬਰ 24। ਪਦਾ ਨੰਬਰ 24। ਅਵਗਤੋ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਆ ਹੁਣ ਜਿਹੜੀ ਨਾਮ ਜਪਣ ਦਾ ਜਿਹੜਾ ਰਿਜ਼ਲਟ ਹੈ, ਅਵਗਤੋ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਅਵਗਤੋ ਗੁਰ ਪ੍ਰਸਾਦ ਦੇ ਜ਼ਰੀਏ
ਗੁਰੂ ਦੀ ਕਿਰਪਾ ਦੇ ਦੁਆਰਾ ਨਿਰਮਾਇਲ ਉਪਜੈ। ਜਦੋਂ ਆ ਅਵਸਥਾ ਅੰਦਰ ਖੜੀ ਹੋਈ, ਨਿਰਮਲ ਹੋ ਗਿਆ, ਟੋਟਲ ਡਿਟੈਚਡ ਹੋ ਗਿਆ, ਟੋਟਲ ਸੁੰਨ ਦੇ ਵਿੱਚ ਚਲਾ ਗਿਆ, ਜਿੱਥੇ ਕੇਵਲ ਤੇ ਕੇਵਲ ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਜਦੋਂ ਸਟੇਟ ਆਫ ਮਾਈਂਡ ਉੱਥੇ ਤੱਕ ਪਹੁੰਚ ਗਈ ਹੈ ਤੇ ਨਿਰਗੁਣ ਤੋਂ ਸਰਗੁਣ ਦੀ ਅਵਸਥਾ ਆ ਗਈ ਹੈ। ਭਾਵ ਉਹ ਜਿਉਂਦੇ ਜੀ ਆਪਣਾ ਸਰੀਰ ਛੱਡ ਗਿਆ ਤੇ ਉਹਦੇ ਅੰਦਰ ਜਿਹੜਾ ਜੀਓ ਵਸਦਾ ਹੈ, ਉਹ ਅਕਾਲ ਦੀ ਜੋਤ ਦੇ ਨਾਲ ਮਿਲ ਚੁੱਕਾ। ਆਪਾਂ ਆਹੀ ਪਤਾ ਕਰਨਾ, ਬੜੇ ਧਿਆਨ ਦੇ ਨਾਲ ਇਹਨੂੰ ਇਸ ਚੀਜ਼ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ ਦੇ ਨਾਲ ਜਦੋਂ ਜਿਹੜੀ ਸੁਰਤੀ ਹੈ, ਜਿਹੜਾ ਮਨ ਹੈ, ਇਹ ਨਿਰਮਲ ਹੋ ਗਿਆ। ਸਰੀਰ ਤੇ ਨਿਰਮਲ ਹੋਣਾ ਨਹਾ ਧੋ ਕੇ, ਹਮਾਮ ਸਾਬਣ ਲਾ ਕੇ, ਜਾਂ ਹੋਰ ਲਕਸ ਲੁਕਸ ਜਿੰਨੇ ਵੀ ਹੈ। ਮੈਂ ਇੱਥੇ ਸਰੀਰ ਦੀ ਗੱਲ ਨਹੀਂ ਕਰਦਾ, ਮੈਂ ਇੱਥੇ ਅੰਤਰ ਸੁਰਤੀ ਦੀ ਗੱਲ ਕਰ ਰਿਹਾ। ਅਵਗਤੋ ਨਿਰਮਾਇਲ ਉਪਜਾ। ਗੁਰੂ ਦਾ ਜਿਹੜਾ ਪ੍ਰਸਾਦ ਹੈ, ਉਹ ਨਾਮ ਅਭਿਆਸੀ ਨੂੰ ਮਿਲਿਆ। ਉਹਦਾ ਮਨ ਜਿਹੜਾ ਨਿਰਮਲ ਹੋ ਗਿਆ, ਸਹਿਜ ਅਵਸਥਾ ਚ ਆ ਗਿਆ, ਟੋਟਲ ਡਿਟੈਚਡ ਹੋ ਗਿਆ, ਨਿਰਗੁਣ ਤੇ ਸਰਗੁਣ ਥੀਆ। ਫਿਰ ਉਹ ਸਰੀਰ ਨਾਲ ਉਹਦਾ ਜਿਹੜਾ ਕੱਚਾ ਹੈ, ਉਹਦੇ ਨਾਲ ਕੋਈ ਸੰਬੰਧ ਨਹੀਂ ਰਹਿ ਜਾਂਦਾ। ਉਹ ਫਿਰ ਸਰਗੁਣ ਸਰੂਪ ਚ ਆ ਜਾਂਦਾ। ਦ੍ਰਿਸ਼ਟੀ ਦਾ ਆਕਾਰ ਛੱਡ ਕੇ ਜਿਉਂਦੇ ਜੀ ਉਹ ਅਦ੍ਰਿਸ਼ਟ ਆਕਾਰ ਦੇ ਵਿੱਚ ਆ ਜਾਂਦਾ। ਅਸਥੂਲ ਰੂਪ ਜਿਹੜਾ ਹੈ, ਉਹਨੂੰ ਗ੍ਰਹਿਣ ਕਰ ਲੈਂਦਾ, ਉੱਥੇ ਤੱਕ ਪਹੁੰਚ ਕਰ ਲੈਂਦਾ। ਇਹ 10 ਹੁਣੇ 5-7 ਸਾਲ ਹੋਏ ਨੇ, 10 ਸਾਲ ਹੋਏ ਹੋਣਗੇ। ਸਰਦਾਰ ਜਸਵੰਤ ਸਿੰਘ ਕੈਲੀਫੋਰਨੀਆ ਬੜੇ ਤਕੜੇ ਇੰਜੀਨੀਅਰ ਸੀ। ਉਹਨਾਂ ਦੇ ਬਾਰੇ ਦੱਸਦੇ ਆ ਕਿ ਉਹ ਇਸ ਅਵਸਥਾ ਤੇ ਉਹਨਾਂ ਨੇ ਜਿਉਂਦੇ ਜੀ ਉਹ ਇਸ ਅਵਸਥਾ ਨੂੰ ਪਹੁੰਚ ਗਏ ਸੀ। ਉਹਨਾਂ ਨੇ ਆਪਣੇ ਹਾਰਟ ਦਾ ਆਪਰੇਸ਼ਨ ਕਰਾਇਆ ਸੀ ਵਿਦਆਊਟ ਐਨਸਥੀਸੀਆ। ਕੋਈ ਟੀਕਾ ਨਹੀਂ ਸੀ ਲਾਉਣ ਦਿੱਤਾ ਉਹਨਾਂ ਨੇ। ਮੇਰੇ ਖਿਆਲ ਇੱਥੇ ਪੂਰੀ ਮੈਨੂੰ ਜਾਣਕਾਰੀ ਨਹੀਂ ਉਹਨਾਂ ਬਾਰੇ, ਇਹ ਕਿੱਥੇ ਹੋਇਆ ਉਹਨਾਂ ਦਾ ਕੋਈ ਦੱਸਦੇ। ਸਿੰਗਾਪੁਰ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਹੋਇਆ ਸੀ। ਔਰ ਉਹ ਕਹਿੰਦੇ ਸੀ, ਡਾਕਟਰਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਕਿ ਮੈਂ ਆਪਣੇ ਸੂਖਮ ਸਰੀਰ ਨੂੰ ਕੱਢ ਕੇ ਬਾਹਰ ਰੱਖ ਲੈਣਾ ਤੇ ਤੁਸੀਂ ਮੇਰੇ ਸਰੀਰ ਨਾਲ ਚੀਰ ਫਾੜ ਕਰ ਲਿਓ, ਮੈਨੂੰ ਕੋਈ ਪੇਨ ਨਹੀਂ ਹੋਊਗੀ। ਔਰ ਉਦਾਂ ਹੀ ਹੋਇਆ ਸੀ। ਜਿਉਂਦੇ ਜੀ ਉਸ ਅਵਸਥਾ ਤੱਕ ਪਹੁੰਚੇ ਸੀ। ਅਵਗਤੋ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਹੁਣ ਸਤਿਗੁਰ ਪਰਚੈ ਪਰਮ ਪਦ ਪਾਈਐ। ਜਦੋਂ ਸਰਗੁਣ ਹੋ ਗਿਆ, ਜਦੋਂ ਜੋਤ ਰੂਪ ਹੋ ਗਿਆ ਜਿਉਂਦੇ ਜੀ, ਇਹ ਅਵਸਥਾ ਦੇ ਮਾਲਕ ਸੀ ਸਾਡੇ ਪੰਜਵੇਂ ਪਾਤਸ਼ਾਹ। ਸਰੀਰ ਨੂੰ ਉਹਨਾਂ ਨੇ ਤਵੀ ਤੇ ਬਾਲਿਆ, ਭੁੰਨ ਸਿੱਟਿਆ, ਇੰਨੇ ਤਸੀਹੇ ਦਿੱਤੇ, ਰੇਤਾ ਗਰਮ ਕਰਕੇ ਸਿਰ ਚ ਪਾਇਆ, ਕੋਈ ਸੀ ਤੱਕ ਨਹੀਂ ਉਚੜੀ ਉਹਨਾਂ ਨੇ। ਉਹ ਕਹਿੰਦੇ ਜੀ ਬੜੇ ਭਾਰੇ ਤਸੀਹੇ ਦਿੱਤੇ, ਪਰ ਸੀ ਤੇ ਤਾਂ ਉਚਰਦੇ ਜੇ ਸਰੀਰ ਨਾਲ ਕੋਈ ਸੰਬੰਧ ਹੁੰਦਾ। ਅੰਤਰਮੁਖੀ ਜੋਤ ਜਿਹੜੀ ਹੈ, ਸੁਰਤੀ ਜਿਹੜੀ ਆ, ਉਹ ਪ੍ਰਮਾਤਮਾ ਚ ਸਮਾਈ ਹੋਈ ਸੀ। ਸਤਿਗੁਰ ਪਰਚੈ ਪਰਮ ਪਦ ਪਾਇਆ। ਪਰਚੈ, ਆਪਾਂ ਕਹਿੰਦੇ ਨਹੀਂ ਆ, ਨਿਆਣਾ ਰੋਈ ਜਾਂਦਾ, ਇਹਨੂੰ ਪਰਚਾਓ ਜਰਾ ਕੁ, ਇਹਨੂੰ ਨਿਆਣੇ ਨੂੰ ਪਰਚਾਓ। ਸਿੱਧੇ ਲਫ਼ਜ਼ ਨੇ, ਸਤਿਗੁਰ ਪਰਚੈ। ਫਿਰ ਉਹ ਪ੍ਰੇਮ ਦੇ ਨਾਲ ਉਹਨੂੰ ਪਰਚਾਇਆ ਜਾਂਦਾ। ਹੁਣ ਇੱਥੇ ਪਰਚੈ ਤੋਂ ਭਾਵ ਜਿਹੜਾ ਹੈ, ਕਿਰਪਾ ਹੀ ਹੈ। ਸਤਿਗੁਰ ਦੇ ਪਿਆਰ ਦੇ ਵਿੱਚ, ਗੁਰ ਪ੍ਰਸਾਦ ਦੇ ਵਿੱਚ, ਪਰਚਾਓ ਦੇ ਵਿੱਚ ਉਹ ਪਰਮ ਪਦ ਨੂੰ ਪਹੁੰਚ ਗਿਆ। ਤਾਂ ਸਰਗੁਣ ਹੋਇਆ, ਸਾਚੇ ਸ਼ਬਦੇ ਸਮਾਏ ਲਿਆ। ਇਸ ਦ੍ਰਿਸ਼ਟਮਾਨ ਸੰਸਾਰ ਦੇ ਵਿੱਚੋਂ ਨਿਕਲ ਕੇ ਪਰਮ ਪਦ ਦੀ ਅਵਸਥਾ ਤੱਕ
ਪਹੁੰਚਿਆ ਤੇ ਪਰਮ ਪਦ ਦੀ ਅਵਸਥਾ ਤੇ ਜਾ ਕੇ ਅਕਾਲ ਪੁਰਖ ਨੇ, ਪ੍ਰਭ ਨੇ ਉਹਨੂੰ ਆਪਣੇ ਵਿੱਚ ਹੀ ਲੀਨ ਕਰ ਲਿਆ। ਏਕੇ ਕਉ ਸੱਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਇੱਕ ਹੀ ਇੱਕ ਹੈ, ਉਹ ਅਵਸਥਾ ਦੀ ਗੱਲ ਹੈ। ਉੱਥੇ ਇੱਕ ਹੀ ਇੱਕ ਹੈ, ਪ੍ਰਭ ਹੀ ਪ੍ਰਭ ਹੈ। ਹਉਮੈ ਦੂਜਾ, ਹਉਮੈ ਦੂਜਾ ਤੋਂ ਭਾਵ, ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚੋਂ ਇੱਕ ਦਾ ਵੀ ਜ਼ਿਕਰ ਆ ਜੇ, ਉੱਥੇ ਨਾਲ ਜਿਹੜੇ ਬਾਕੀ ਚਾਰ ਨੇ ਉਹ ਆਪੇ ਐਡ ਹੋ ਜਾਣੇ ਆ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਚ ਇਦਾਂ ਹੀ ਸਮਝਣਾ। ਏਕੈ ਕੋ ਸੱਚ ਏਕੈ ਜਾਣੇ, ਏਕੇ ਕੋ ਸੱਚ ਏਕਾ ਜਾਣੇ। ਉੱਥੇ ਉਸ ਪਰਮ ਪਦ ਦੀ ਅਵਸਥਾ ਦੇ ਵਿੱਚ ਅਕਾਲ ਹੀ ਅਕਾਲ ਹੈ, ਇੱਕ ਪ੍ਰਭ ਹੀ ਪ੍ਰਭ ਹੈ, ਹੋਰ ਕੋਈ ਦੂਜੀ ਹਸਤੀ ਨਹੀਂ ਆ ਉੱਥੇ। ਤੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਹਸਤੀ ਦੀ ਸੰਭਾਵਨਾ ਦਾ ਖਿਆਲ ਵੀ ਜਿਹੜਾ ਉਹ ਦੂਰ ਹੈ। ਹਉਮੈ ਦੂਜਾ ਦੂਰ ਕੀਆ, ਕੋਈ ਉੱਥੇ ਉੱਥੇ ਦੂਜੀ ਗੱਲ ਨਹੀਂ ਹੈ, ਦੂਸਰਾ ਨਹੀਂ ਹੈ। ਉੱਥੇ ਇੱਕ ਹੀ ਇੱਕ ਗੱਲ ਹੈ, ਜਿਹੜਾ ਮੈਂ ਵੀ ਉੱਥੇ ਗਿਆ ਸੀ ਉਹ ਵੀ ਉੱਥੇ ਜਾ ਕੇ ਤੂੰ ਹੀ ਹੋ ਗਿਆ। ਹੁਣ ਸਮਝੋ ਇਸ ਗੱਲ, ਉਹਦਾ ਰੂਪ ਹੀ ਹੋ ਗਿਆ। ਹਰ ਹਰ ਰੂਪੇ ਸਮਾਸੀ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰੇ ਕਮਲ ਪ੍ਰਗਾਸ ਥੀਆ। ਇਹ ਵੀ ਇੱਕ ਅਵਸਥਾ ਹੈ, ਕਮਲ ਦਾ ਸਿੱਧਾ ਹੋਣਾ, ਕਿਉਂਕਿ ਸਨਾਤਨ ਧਰਮ ਦੇ ਵਿੱਚ ਮੰਨਿਆ ਜਾਂਦਾ ਸੀ ਵੀ ਅੰਦਰ ਕਮਲ ਮੁੱਦਾ ਵੱਜਾ ਤੇ ਉਹਨੂੰ ਸਿੱਧਾ ਕਰਨਾ। ਬਾਬੇ ਨਾਨਕ ਨੇ ਇਹਦੇ ਤੇ ਜਿਹੜਾ ਕਾਫੀ ਸ਼ਬਦ, ਕਾਫੀ ਵਾਰੀ ਜ਼ਿਕਰ ਇਹਦਾ ਆਇਆ। ਇਹ ਇੱਕ ਇਹ ਇੱਕ ਸਟੇਟ ਆਫ ਮਾਈਂਡ ਹੈ, ਇਹ ਸਾਡੀ ਸੁਰਤੀ ਹੈ। ਸੁਰਤੀ ਹੈ ਕਿ ਇਹ ਹੁਣ ਸੁਰਤ ਜਿਹੜੀ ਹੈ ਅਕਾਲ ਵੱਲ ਨੂੰ ਸਿੱਧੀ ਹੋ ਗਈ ਹੈ। ਪਹਿਲਾਂ ਇਹ ਦੂਜੇ ਪਾਸੇ ਮੁੱਧੀ ਵੱਜੀ ਸੀ, ਦੂਸਰੇ ਪਾਸੇ ਸੀ, ਤੇ ਹੁਣ ਇਹ ਅਕਾਲ ਵੱਲ ਨੂੰ ਸਿੱਧੀ ਹੋ ਗਈ ਹੈ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰੇ ਕਮਲ ਪ੍ਰਗਾਸ ਥੀਆ। ਜਿਹੜਾ ਜਿਉਂਦੇ ਜੀ ਇੱਕ ਦੇ ਵਿੱਚ ਸਮਾ ਗਿਆ, ਹੋਰ ਕੋਈ ਦੂਸਰਾ ਖਿਆਲ ਨਹੀਂ ਹੈ, ਹੋਰ ਕੋਈ ਦੂਜੀ ਹਸਤੀ ਦੀ ਸੰਭਾਵਨਾ ਨਹੀਂ ਕਰਦਾ, ਉਹ ਜੋਗੀ ਹੈ, ਉਹ ਭਗਤ ਹੈ, ਜਿਹੜਾ ਹਲੇ ਵੀ ਗੁਰੂ ਸ਼ਬਦ ਪਛਾਣੈ, ਗੁਰ ਸ਼ਬਦ ਪਛਾਣੈ, ਜਿਹੜਾ ਉਸ ਹੁਕਮ ਨੂੰ ਪਛਾਣ ਰਿਹਾ, ਉਸ ਹੁਕਮ ਨੂੰ ਮੰਨ ਰਿਹਾ। ਅੰਤਰੇ ਕਮਲ ਪ੍ਰਗਾਸ ਥੀਆ, ਤੇ ਉਹਦੇ ਅੰਦਰ ਫੇਰ ਕਮਲ ਪ੍ਰਗਾਸ ਥੀਆ, ਕਮਲ ਦਾ ਪ੍ਰਗਾਸ ਹੋਏਗਾ। ਉਹਦਾ ਜਿਹੜਾ ਕੌਲ ਹੈ ਉਲਟਾ, ਜਿਹੜਾ ਉਹ ਸਿੱਧਾ ਹੋ ਗਿਆ, ਪੁੱਠਾ ਜਿਹੜਾ ਪਿਆ ਸੀ ਉਹ ਸਿੱਧਾ ਹੋ ਗਿਆ। ਕਿਉਂਕਿ ਇੱਕ ਦਾ ਭੇਦ ਉਸ ਨੂੰ ਆ ਚੁੱਕਾ, ਸੁਰਤੀ ਜਿਹੜੀ ਆ ਉਹਦੀ ਪਲਟ ਗਈ ਹੈ। ਹੁਣ ਦ੍ਰਿਸ਼ਟਮਾਨ ਤੋਂ ਅਦ੍ਰਿਸ਼ਟ ਵੱਲ ਚਲੇ ਗਈ ਹੈ। ਆ ਸਿੰਪਲ ਲਫ਼ਜ਼ ਦੇ ਵਿੱਚ ਹੈ ਕਮਲ ਸਿੱਧਾ ਹੋਣਾ, ਕਮਲ ਦਾ ਪ੍ਰਗਾਸ ਹੋਣਾ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰੇ ਜਾਣੈ ਸਰਬ ਦਇਆ। ਜਿਉਂਦੇ ਜੀ ਮਰਨਾ, ਪੰਜਾਂ ਤੋਂ ਛੁਟਕਾਰਾ, ਸਭ ਕਿਛ ਸੂਝੈ। ਕਿਤੇ ਕਿਤੇ ਕਹਿਤਾ ਜੀ ਬੇਅੰਤ ਹੈ, ਅਦ੍ਰਿਸ਼ਟ ਹੈ, ਅਗੋਚਰ ਹੈ, ਲੇਕਿਨ ਫਿਰ ਆ ਵੀ ਜਦੋਂ ਅਵਸਥਾ ਤੱਕ ਪਹੁੰਚਿਆ, ਉਸ ਅਵਸਥਾ 'ਚ ਜਾ ਕੇ ਹੈ ਇਹ ਗੱਲ, ਸਭ ਕਿਛ ਸੂਝੈ। ਕਰਤੇ ਪੁਰਖ ਦੀ ਹਰ ਰਮਜ਼ ਉਹਨੂੰ ਸਮਝ ਆ ਜਾਂਦੀ ਹੈ। ਅੰਤਰੇ ਜਾਣਾ, ਅੰਦਰ ਹੀ ਉਹਨੂੰ ਜਾਣ ਲੈਂਦਾ ਸਰਬ ਦੇ। ਫਿਰ ਉਹ ਉਸ ਅਕਾਲ ਦੇ ਦਰਸ਼ਨ, ਉਸ
ਅਕਾਲ ਨੂੰ ਮਹਿਸੂਸ ਘੱਟ ਘੱਟ ਦੇ ਵਿੱਚ ਕਰਦਾ ਹੈ। ਜਿਉਂਦੇ ਜੀ ਮਰਨਾ, ਫਿਰ ਕੁੱਲ ਗਿਆਨ ਹਾਸਲ ਕਰਨਾ ਅਕਾਲ ਦੀ ਕਿਰਪਾ ਦੇ ਨਾਲ, ਸਭ ਕੁਝ ਅੰਦਰ ਹੀ ਮਿਲਣਾ, ਜਿਉਂਦੇ ਜੀ ਦੁਨੀਆ ਨਾਲੋਂ ਉਪਰਾਮ ਡਿਟੈਚਡ ਹੋ ਜਾਣਾ, ਇਹ ਸਾਰਾ ਕੁਝ ਅੰਦਰ ਹੀ ਵਾਪਰਦਾ। ਨਾਨਕ ਤਾਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਵਡਾਈ ਉਹ ਫਿਰ ਦਰਗੇ ਪੈਂਦੇ ਜਾਏ, ਦਰਗੇ 'ਚ ਉਹਨਾਂ ਨੂੰ ਉਹ ਸ਼ਬਦ ਹੈ, ਵਾਹਿਗੁਰੂ 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 ਵਾਹਿਗੁਰੂ। ਉਹ ਸ਼ਬਦ ਹੈ, ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ। ਕੋਈ ਨਹੀਂ ਫਿਰ ਪੁੱਛ ਸਕਦਾ ਉਹਨਾਂ ਨੂੰ, ਉਹਨਾਂ ਨੂੰ ਢੋਈ ਸਿੱਧੀ ਪਰਮਾਤਮਾ ਦੇ ਦਰ ਤੇ ਮਿਲਦੀ। ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ। ਇੱਥੇ ਤੇ ਮਾੜੀ ਜੀ ਗੱਲ ਕਰਨੀ, ਅਗਲੇ ਨੇ ਕਿਹਾ ਉਹ ਆ ਗਈ ਬੋਲੀ ਜਨਾ, ਇਹਨੂੰ ਪੇਸ਼ ਕਰਾਓ ਜੀ ਉੱਥੇ ਅਕਾਲ ਤਖਤ ਤੇ, ਚੱਲ ਜੀ ਸਜ਼ਾ ਲਵਾਓ, ਪਿਆ ਉੱਥੇ ਭਾਂਡੇ ਮਾਂਜੀ ਜਾਊ, ਜੋੜੇ ਝਾੜੀ ਜਾਊ। ਉੱਥੇ ਅਕਾਲ ਦੇ ਦਰ ਦੀਆਂ ਪੁੱਛ ਨਾ ਸਕੈ ਕੋਈ, ਹਰ ਦਰ ਸਦ ਢੋਈ। ਫਿਰ ਕੀ ਹੁੰਦਾ, ਜਿਹੜਾ ਮੌਤ ਦਾ ਡਰ ਪਿੱਛੇ ਖਤਮ ਕਰਨ ਦੀ ਗੱਲ ਕੀਤੀ ਸੀ ਜੋਗੀਆਂ ਨੇ, ਕਹਿੰਦੇ ਜਮਕਾਲ ਮਿਲੈ ਦੇ ਭੇਟ। ਜਮਕਾਲ ਜਿਹੜਾ ਉਹ ਕਾਲ ਦੀ ਚੋਟ ਕਰਨ ਦੇ ਥਾਂ ਆਦਰ ਸਤਕਾਰ ਦੇ ਨਾਲ ਮਿਲਦਾ ਔਰ ਸਦਾ ਲਈ ਸੇਵਕ ਬਣ ਜਾਂਦਾ। ਉਹ ਕਹਿੰਦਾ ਭਗਤਾ ਤੂੰ ਅਕਾਲ ਦੇ ਦਰ ਤੇ ਚੱਲਿਆ, ਮੇਰੀ ਵੀ ਕਿਤੇ ਜਾ ਕੇ ਉੱਥੇ ਰਜੋਈ ਕਰੀ, ਮੇਰਾ ਵੀ ਕਿਤੇ ਐਸ ਜੂਨ ਤੋਂ ਛੁਟਕਾਰਾ ਕਰਾ ਦੀ। ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਤੇ ਉਹ ਜਦੋਂ ਜਮਕਾਲ ਨੂੰ ਕ੍ਰਾਸ ਕਰਕੇ ਗਾਂ ਜਾਂਦਾ, ਅੱਗੇ ਕੀ ਹੈ, ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ। ਪੂਰੇ ਗੁਰ ਤੇ ਮਹਿਲ ਪਾਇਆ, ਇਹ ਹੈ ਮੇਲ ਦੀ ਅਵਸਥਾ, ਇਹਨੂੰ ਕਹਿੰਦੇ ਆ ਮੇਲ ਦੀ ਅਵਸਥਾ, ਮੇਲ ਹੋਣਾ ਜੋ ਪੂਰੇ ਗੁਰੂ ਤੋਂ ਹਾਸਲ ਹੁੰਦੀ ਹੈ। ਜਿਉਂਦੇ ਜੀ ਜੋਤੀ ਜੋਤ ਸਮਾਉਣਾ, ਮੇਲ ਮਹਿਲ ਦਾ ਪਾਉਣਾ। ਤੇ ਉੱਥੇ ਕੀ ਹੈ, ਨਾਨਕ ਅਨਹਦ ਧੁਨੀ ਦਰੇ ਵੱਜਦੇ, ਮਿਲਿਆ ਹਰ ਸੋਈ। ਇਹ ਆਖਰੀ ਸਟੇਜ ਹੈ, ਆਖਰੀ ਪਦਾਰਥ ਹੈ, ਚਾਰ ਪਦਾਰਥਾਂ ਚੋਂ ਸਿਰੇ ਦੀ ਅਵਸਥਾ ਹੈ। ਜੀਵਤ ਮਰੈ ਤਾਂ ਸਭ ਕੁਝ ਸੂਝੈ, ਅੰਤਰੇ ਜਾਣੈ ਸਰਬ ਦਇਆ। ਨਾਨਕ ਤਾਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਆ ਮਿਲਦੀ ਹੈ ਵਡਾਈ, ਆ ਹੈ ਆਦਰ ਮਾਣ, ਆ ਹੈ ਭਗਤੀ ਦਾ ਸਿਲਾ, ਆ ਹੈ ਭਗਤੀ ਦਾ ਰਿਜ਼ਲਟ, ਆ ਹੈ ਨਾਮ ਅਭਿਆਸ ਦਾ ਰਿਜ਼ਲਟ। ਬਹੁਤ ਵਿਰਲੇ ਇੱਥੇ ਲੋਕ ਪਹੁੰਚ ਸਕੇ ਨੇ, ਕਿਉਂਕਿ ਸਾਡਾ ਜਿਹੜਾ ਇਹ ਸਿੱਖੀਜ਼ਮ ਹੈ, ਇਹਦੇ ਤੇ 95% ਜਿਹੜਾ ਨਿਰਮਲਿਆਂ ਦਾ ਪ੍ਰਭਾਵ ਰਿਹਾ। ਔਰ ਉਹ ਨਿਰਮਲਿਆਂ ਨੇ ਆ ਸਾਰੇ ਜਿੰਨੀਆਂ ਚੀਜ਼ਾਂ ਨੇ, ਅਖੰਡ ਪਾਠ, ਸਹਿਜ ਪਾਠ, ਅਰਦਾਸਾਂ ਜਾਂ ਹੋਰ ਤਪੱਸਿਆ ਕਰਨੀ, ਜਪ ਤਪ ਕਰਨੇ, ਇਹ ਸਭ ਉਹਨਾਂ ਦੀ ਦੇਣ ਹੈ। ਔਰ ਬਾਬੇ ਨਾਨਕ ਨੇ ਇੱਕ ਵੀ ਚੀਜ਼ ਪ੍ਰਵਾਨ ਨਹੀਂ ਕੀਤੀ ਹੈ, ਕਿਉਂਕਿ ਦੂਜੇ ਦੀ ਗੱਲ ਹੀ ਨਹੀਂ ਹੈ ਉੱਥੇ। ਨਾਮ ਜਪਣ ਤੋਂ ਬਿਨਾਂ ਦੂਸਰੀ ਗੱਲ ਹੀ ਨਹੀਂ ਹੈ। ਜੀਵਤ ਮਰੈ ਤਾਂ ਸਭ ਕੁਝ ਸੂਝੈ। ਜਿਹੜਾ ਉਹ ਅਦ੍ਰਿਸ਼ ਸੀ, ਜਿਹੜਾ ਉਹ ਅਗੋਚਰ ਸੀ, ਉਹਨੂੰ ਅੰਦਰੇ ਜਾਣ ਲਿਆ, ਤਾਂ ਫਿਰ ਉਹ ਵਡਾਈ ਮਿਲੀ ਹੈ। ਆਪ ਪਛਾਣੈ ਸਰਬ ਜੀਆ। ਉਹ ਆਪ ਵੀ ਪਛਾਣਦਾ ਤੇ ਸਾਰਿਆਂ ਨੂੰ ਫਿਰ ਸਾਰਿਆਂ ਨੂੰ ਦੱਸਦਾ, ਕਹਿੰਦਾ ਕਿ ਲੋਕੋ ਇਹ ਰਾਹ ਨਹੀਂ ਜਿਹੜਾ ਤੁਸੀਂ ਫੜਿਆ, ਰਾਹ ਆਹ ਹੈ, ਆਹ ਕੰਮ ਕਰਨਾ ਪਊ ਸਾਨੂੰ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹੇ ਪਤ
ਇੱਥੇ ਸਟਾਪ ਲੱਗਣਾ, ਇੱਥੇ ਵਿਸ਼ਰਾਮ ਲੱਗਣਾ। ਏਤ ਰਾਹੇ ਪਤ, ਇਸੇ ਰਾਹ ਤੇ ਤੁਰਿਆਂ ਇੱਜ਼ਤ ਹੋਣੀ ਹੈ। ਪੌੜੀਆਂ ਚੜ੍ਹੀਐ, ਇਸੇ ਰਾਹ ਤੇ ਤੁਰਿਆਂ ਅਵਸਥਾ ਅਕਾਲ ਨੂੰ ਵਧਣੀ ਹੈ, ਚੜ੍ਹਾਈ ਹੋਣੀ ਹੈ। ਪੌੜੀਆਂ ਚੜ੍ਹੀਐ, ਡੇ ਬਾਏ ਡੇ ਅਵਸਥਾ ਨੂੰ ਫਰਕ ਪੈਣਾ। ਏਤ ਰਾਹੇ ਪਤ, ਪੌੜੀਆਂ ਚੜ੍ਹੀਐ, ਤੇ ਐਸਾ ਸਮਾਂ ਵੀ ਆ ਜਾਏਗਾ, ਨਾਨਕ ਤਾਂ ਕੋ ਮਿਲੇ ਵਡਾਈ। ਐਸਾ ਸਮਾਂ ਵੀ ਆਏਗਾ, ਹੋਈ 21, ਉਸ ਪਰਮਾਤਮਾ ਦੇ ਨਾਲ ਅਸੀਂ ਇੱਕ ਮਿਕ ਹੋ ਜਾਾਂਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇੱਥੇ ਅੱਜ ਦੀ ਵਿਚਾਰ ਜਿਹੜੀ ਹੈ ਸਮਾਪਤ ਕਰਦੇ ਹਾਂ।